सतनाम वाहिगुरु 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 सतनाम वाहिगुरु। वाहिगुरु जी का खालसा वाहिगुरु जी की फतेह। गुरु प्यारी साध संगत जी, आप जी जुड़ चुके हो इस 6:30 ਵਜੇ वाली शाम की क्लास के अंदर, जिस विच आपां गुरबाणी की संथਿਆ ते व्याख्या करते हैं। जपजी साहिब की संथਿਆ जो है वो चल रही है। असीं अज ये आप जी की स्क्रीन ते जो 32ਵੀਂ पौड़ी है, इत्थों आपां जिहड़ी संथਿਆ की आरंभता करनी है। सो आप जी का बहुत बहुत धन्नवाद, आप जिहड़ी संगत जुड़ चुकी है। हाँ जी, करीब सारे जुड़ ही चुके हैं। आपां जो संथਿਆ है उसकी आरंभता करते हैं जी। कल तक आपां जो 4 पौड़ियां विचारियां सन, सतगुरां ने जो जोगियां नूं उपदेश दिता, फिर उस तो बाद जो अज सतगुरु सच्चे पातशाह जी इस पौड़ी के अंदर बख्शिश कर लगे हैं कि परमात्मा का नाम जिहड़ा है वो लखां जीभां दे नाल ही जपिया जा सकदा है। उस गल की सतगुरु सच्चे पातशाह जी इत्थे कहणगे। सो आओ आपां इह जपजी साहिब की 32ਵੀਂ पौड़ी आरंभ करते हैं जी। गुरु नानक साहब सच्चे पातशाह बख्शिश करते आ, एक दू जी भौ लख होए, लख होवै लख बीस। एक दू जी भौ, इत्थे आपां भौ शब्द नहीं पाना, भौ जिहड़ा बब्बे की गौण तो नीचे आएगी, ना कि बब्बा। मैं दस्सिया सी कि जदों भब्बा शब्द किसी अखर के पिछे आ जाता है तो बब्बे की गौण तो नीचे जिहा बन जाता है। जीभौ, जिवें जीभ शब्द वरते ने आपां जीभ, आपां जीभ नहीं कहते, जीभ कहने। इस तरह इत्थे जीभौ, एक दू जीभौ लख होए, लख होवै लख बीस। हे वाहिगुरु जी, जे किते मेरी एक जीभा तो, एक रसना तो, एक जुबान तो लख जुबाना हो जान, एक दू जीभा लख होए, लख हो जान, ते फिर उन्हां लखां जीभां तो 20 लख जीभां बन जान, लख होवै लख बीस। जे किते मेरी एक जुबान तो जिहड़ा है लख जीभां हो जान, उन्हां लखां तो 20 लख अगे हो जान। लख लख गेड़ा आखिया है, एक नाम जगदीश। वाहिगुरु जी, हे अकाल पुरख जी, इन्हां लखां जीभां दे नाल लख लख गेड़ा, लख लख वारी आप जी नूं जिहड़ा है याद करना करिए, लख लख वारी आप जी दा सिमरन करिए।
ਇੱਕ ਦੂ ਜੀ ਬਹੁ ਲੱਖ ਹੋਏ, ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ। ਕਿਹਨੂੰ ਆਖਣਾ ਹੈ ਜੀ? ਏਕ ਨਾਮ ਜਗਦੀਸ਼। ਉਸ ਜਗਤ ਦੇ ਈਸ ਦਾ ਅਰਥ ਹੁੰਦਾ ਹੈ ਮਾਲਕ। ਜਗਤ ਜਗਦੀਸ਼ ਦਾ ਅਰਥ ਬਣਿਆ ਜਗ ਦਾ ਮਾਲਕ। ਜਗਦੀਸ਼ ਉਸ ਜਗਤ ਦੇ ਈਸ਼ਵਰ ਨੂੰ, ਉਸ ਜਗਤ ਦੇ ਮਾਲਕ ਨੂੰ, ਉਸ ਅਕਾਲ ਪੁਰਖ ਨੂੰ ਇਹਨਾਂ 20 ਲੱਖ ਜੀਭਾਂ ਦੇ ਨਾਲ ਜਪਣਾ ਕਰਾਂ। ਏਤ ਰਾਹ ਪਤ ਪਵੜੀਆਂ ਚੜੀਐ ਹੋਏ 21। ਇਸ ਰਸਤੇ ਵਿੱਚ ਜੋ ਪਰਮਾਤਮਾ ਵੱਲੋਂ ਜਾਂਦਾ ਹੈ, ਜਿਸ ਰਸਤੇ ਦੇ ਨਾਲ ਆਪਾਂ ਪਰਮਾਤਮਾ ਤੱਕ ਪਹੁੰਚਣਾ ਹੈ, ਅਕਾਲ ਪੁਰਖ ਤੱਕ ਪਹੁੰਚਣਾ ਹੈ, ਇਸ ਰਸਤੇ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪੌੜੀਆਂ ਹਨ, ਜਿਹੜੀਆਂ ਪੌੜੀਆਂ ਤੇ ਆਪਾਂ ਪੌੜੀਆਂ ਕਹਿ ਲਓ, ਜਪ ਜਪ ਕੇ ਅਸੀਂ ਅੱਗੇ ਵਧਦੇ ਹਾਂ। ਇਸ ਤਰ੍ਹਾਂ ਉਸ ਪੌੜੀਆਂ ਦੇ ਉੱਤੇ ਚੜ੍ਹ ਕੇ ਤੇ ਉਹ ਪਰਮਾਤਮਾ ਤੱਕ ਪੜੀਦਾ ਹੈ। ਇਹ ਰਾਹ ਪਤ ਪਵੜੀਆਂ ਚੜੀਏ ਹੋਏ 21। ਉਹਦੇ ਉੱਤੇ ਚੜ੍ਹ ਕੇ ਇੱਕਮਿਕ ਹੋ ਜਾਈਦਾ। 21 ਦਾ ਅਰਥ ਇੱਥੇ 21 ਸ਼ਬਦ ਤਾਂ ਲੈਣਾ, 21 ਦਾ ਅਰਥ ਇੱਥੇ ਇੱਕ ਹੋ ਜਾਈਦਾ ਹੈ। ਭਾਵ ਉਹਦੇ ਵਿੱਚ ਹੀ ਮਨੁੱਖ ਦੀ ਲੀਨਤਾ ਹੋ ਜਾਂਦੀ ਹੈ। ਉਸ ਇੱਕ ਦੇ ਵਿੱਚ ਬੰਦਾ, ਉਸ ਇੱਕ ਦੇ ਵਿੱਚ ਜਗਿਆਸੂ ਜਿਹੜਾ ਹੈ ਉਹ ਸਮਾ ਜਾਂਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਜੇ ਮੇਰੀਆਂ ਜੀਭਾਂ, ਜੇ ਮੇਰੀਆਂ ਲੱਖਾਂ ਹੀ ਜ਼ੁਬਾਨਾਂ ਹੋ ਜਾਣ, 20 ਲੱਖ ਜ਼ੁਬਾਨਾਂ ਹੋ ਜਾਣ, ਉਹਨਾਂ 20 ਲੱਖ ਜ਼ੁਬਾਨਾਂ ਦੇ ਨਾਲ ਉਸ ਜਗਤ ਦੇ ਈਸ਼ਵਰ ਨੂੰ ਸਿਮਰਾਂ ਤੇ ਉਸ ਜਗਤ ਦੇ ਈਸ਼ਵਰ ਨੂੰ ਸਿਮਰ ਕੇ ਜਿਹੜਾ ਰਸਤਾ ਉਹਦੇ ਵੱਲ ਨੂੰ ਜਾਂਦਾ ਹੈ, ਉਹਨਾਂ ਪੌੜੀਆਂ ਦੇ ਉੱਤੇ ਚੜ੍ਹ ਕੇ ਉਹਦੇ ਨਾਲ ਇੱਕਮਿਕ ਹੋਇਆ ਜਾਵੇ। ਭਾਵ ਸਿਮਰਨ ਕਰਕੇ ਉਹਦੇ ਵਿੱਚ ਲੀਨਤਾ ਪ੍ਰਾਪਤ ਕੀਤੀ ਜਾਵੇ। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਸੁਣ ਗੱਲਾਂ ਆਕਾਸ਼ ਕੀ, ਬੈਕੁੰਠ ਦੀਆਂ ਉਸ ਪਰਮਾਤਮਾ ਦੇ ਨਾਮ ਦੀਆਂ ਬਾਤਾਂ ਸੁਣ ਕੇ ਕੀੜਿਆਂ ਨੂੰ ਵੀ ਉਹਦੇ ਤੱਕ ਪੜਨ ਦੀ ਰੀਸ ਆ ਜਾਂਦੀ ਹੈ। ਭਾਵ ਉਹ ਵੀ ਕਹਿੰਦੇ ਆ ਕਿ ਅਸੀਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਈਏ। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਇਹ ਜ਼ੋਰ ਦੇ ਨਾਲ, ਇਹ ਪਰਮਾਤਮਾ ਦੇ ਨਾਲ ਜਿਹੜਾ ਇੱਕਮਿਕ ਹੋਣਾ ਹੈ, ਲੱਖ ਜੀਭਾਂ ਪ੍ਰਾਪਤ ਕਰਕੇ ਵੀ ਜੇ ਕੋਈ ਉਸ ਅਕਾਲ ਪੁਰਖ ਨੂੰ ਯਾਦ ਕਰੇ, ਉਸ ਜਗਦੀਸ਼ਵਰ ਨੂੰ ਯਾਦ ਕਰੇ ਤੇ ਇਹ ਨਾ ਕਵੇ ਕਿ ਮੈਂ ਯਾਦ ਕਰ ਰਿਹਾ ਹਾਂ, ਇਹ ਮੇਰਾ ਜ਼ੋਰ ਹੈ। ਸਤਿਗੁਰੂ ਕਹਿੰਦੇ ਨਾਨਕ ਨਦਰੀ ਪਾਈਏ। ਉਹਦੀ ਨਦਰ ਦੇ ਨਾਲ, ਉਹਦੀ ਕਿਰਪਾ ਦੇ ਨਾਲ ਹੀ ਤੈਨੂੰ ਉਹਦਾ ਦਰ ਜਿਹੜਾ ਪ੍ਰਾਪਤ ਹੋਣਾ ਹੈ। ਉਹਦਾ ਦਰ ਜਿਹੜਾ ਹੈ ਉਹਦੀ ਬਖਸ਼ਿਸ਼ ਦੇ ਨਾਲ, ਉਹਦੀ ਨਦਰ ਦੇ ਨਾਲ ਪਾਇਆ ਜਾ ਸਕਦਾ ਹੈ। ਕੂੜੀ ਕੂੜਾ ਠੀਸ। ਜੇ ਕੋਈ ਕੂੜਾ ਮਨੁੱਖ ਇਹ ਗੱਲ ਆਖੇ ਕਿ ਮੈਂ ਆਪਣੀ ਵਡਿਆਈ ਆਖੇ ਕਿ ਮੈਂ ਹੀ ਸਿਰਫ ਉਸ ਅਕਾਲ ਪੁਰਖ ਦੇ ਨਾਲ ਮਿਲ ਸਕਦਾ ਹਾਂ, ਮੈਂ ਆਪਣੀ ਤਾਕਤ ਦੇ ਨਾਲ ਮਿਲ ਸਕਦਾ ਹਾਂ, ਤੇ ਸਤਿਗੁਰੂ ਕਹਿੰਦੇ ਇਸ ਅਜਿਹਾ ਨਹੀਂ ਹੁੰਦਾ। ਕੂੜੀ ਠੀਸ, ਠੀਸ ਦਾ ਅਰਥ ਗੱਪ ਵੀ ਹੁੰਦੀ ਹੈ ਕਿ ਉਹ ਮਨੁੱਖ ਗੱਪੀ ਹੈ ਜਿਹੜਾ ਕਵੇ ਕਿ ਮੈਂ ਆਪਣੇ ਜ਼ੋਰ ਦੇ ਨਾਲ ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲਿਆ ਜਾ ਸਕਦਾ। ਜਿਸ ਮਨੁੱਖ ਦੇ ਉੱਤੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ, ਉਹੀ ਉਸ ਜਗਦੀਸ਼ ਨੂੰ, ਉਸ ਅਕਾਲ ਪੁਰਖ ਨੂੰ ਜਿਹੜਾ ਹੈ ਮਿਲਦਾ ਹੈ। ਹੋਰ ਕੋਈ ਰਸਤਾ ਨਹੀਂ ਹੈ ਕਿ ਮਨੁੱਖ ਆਪਣੀ ਤਾਕਤ ਦੇ ਨਾਲ ਉਹਨੂੰ ਪਾ ਲਵੇ। ਅਜਿਹਾ ਕੋਈ ਉਹਦੇ ਵਾਸਤੇ ਸਿਧਾਂਤ ਨਹੀਂ ਹੈ। ਅੱਗੇ ਆ ਜਾਓ। ਅੱਗੇ ਇਸ ਤੋਂ ਅਗਲੀ ਜਿਹੜੀ ਪੌੜੀ ਹੈ, 33ਵੀਂ ਪੌੜੀ, ਉਹਦੇ ਵਿੱਚ ਸਤਿਗੁਰਾਂ ਨੇ ਜ਼ੋਰ ਦੀ ਗੱਲ ਕੀਤੀ ਹੈ ਕਿ ਮਨੁੱਖ 'ਚ ਕਿੰਨਾ ਕੁ ਜ਼ੋਰ ਹੈ, ਕਿੰਨਾ ਕੁ ਬਲ ਹੈ। ਉਹਦੀ ਗੱਲ ਸਤਿਗੁਰਾਂ ਨੇ ਇਸ ਪੌੜੀ ਦੇ ਅੰਦਰ ਕੀਤੀ। ਆਪ ਜੀ ਦੀ ਸਕਰੀਨ ਤੇ ਆ ਚੁੱਕੀ ਹੈ। ਆਖਣ ਜ਼ੋਰ ਚੁੱਪੈ ਨੈ ਜ਼ੋਰ। ਜੇ ਕੋਈ ਮਨੁੱਖ ਕਵੇ ਕਿ ਮੈਂ ਆਪਣੀ ਤਾਕਤ ਦੇ ਨਾਲ, ਆਪਣੇ ਬਲ ਦੇ ਨਾਲ, ਆਪਣੇ ਜ਼ੋਰ ਦੇ ਨਾਲ ਜੋ ਹੈ, ਆਪਣੇ ਜ਼ੋਰ ਦੇ ਨਾਲ ਉਸ ਪਰਮਾਤਮਾ ਨੂੰ ਪਾ ਲਵਾਂ, ਬੋਲਣ ਦੇ ਵਿੱਚ ਤੇ ਚੁੱਪ ਰਹਿਣ ਦੇ ਨਾਲ ਸਾਡਾ ਕੋਈ ਇਖਤਿਆਰ ਨਹੀਂ। ਭਾਵ ਜੇ ਕੋਈ ਆਖੇ ਮੈਂ ਜ਼ੋਰ ਦੇ ਨਾਲ ਬੋਲ ਬੋਲ ਕੇ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ ਉਹਨੂੰ ਪਾ ਲਵਾਂ ਆਪਣੇ ਜ਼ੋਰ ਨਾਲ, ਆਪਣੀ ਹਉਮੈ ਦੇ ਨਾਲ, ਇਸ ਤਰ੍ਹਾਂ ਵੀ ਉਹਨੂੰ ਪਾਇਆ ਨਹੀਂ ਜਾ ਸਕਦਾ। ਚੁੱਪਿਆ ਨੇ ਜ਼ੋਰ। ਤੇ ਜੇ ਕੋਈ ਕਵੇ ਕਿ ਮੈਂ ਚੁੱਪ ਰਹਿ ਕੇ, ਭਾਵ ਬਿਲਕੁਲ ਮੌਨ ਰਹਿ ਕੇ ਉਹਨੂੰ ਪ੍ਰਾਪਤ ਕਰ ਲਵਾਂ ਜ਼ੋਰ ਦੇ ਨਾਲ, ਇਸ ਤਰ੍ਹਾਂ ਵੀ ਉਹਨੂੰ ਨਹੀਂ ਪਾਇਆ ਜਾ ਸਕਦਾ। ਕਿਉਂਕਿ
ਜ਼ੋਰ ਦੇ ਨਾਲ ਮੂੰਹ ਬੰਦ ਹੋ ਸਕਦਾ ਹੈ, ਮੂੰਹ ਤੋਂ ਅਸੀਂ ਕੁਝ ਨਹੀਂ ਬੋਲ ਸਕਦੇ, ਪਰ ਮਨ ਦੇ ਖਿਆਲ, ਮਨ ਅੰਦਰ ਹਰ ਕੋਈ ਮਨੁੱਖ ਹਮੇਸ਼ਾ ਬੋਲਦਾ ਰਹਿੰਦਾ ਹੈ। ਹਰ ਮਨੁੱਖ ਦੇ ਅੰਦਰ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ। ਇਸ ਕਰਕੇ ਮੂੰਹ ਦੇ ਉੱਤੋਂ ਜੇ ਬੰਦਾ ਕੋਈ ਚੁੱਪ ਕਰ ਜਾਵੇ ਤੇ ਉਹ ਮਨ ਤੋਂ ਚੁੱਪ ਨਹੀਂ ਕਰਦਾ। ਆਖਣ ਜ਼ੋਰ, ਕੋਈ ਕਹਿੰਦਾ ਮੈਂ ਆਖਦਾ ਹਾਂ ਜ਼ੋਰ ਦੇ ਨਾਲ ਉਸ ਪਰਮਾਤਮਾ ਨੂੰ ਤੇ ਮੈਨੂੰ ਪ੍ਰਾਪਤ ਹੋ ਜਾਏਗਾ, ਆਪਣੇ ਜ਼ੋਰ ਦੀ ਗੱਲ ਕਰਦਾ ਹੈ, ਤਾਂ ਵੀ ਉਹ ਪਰਮਾਤਮਾ ਨਹੀਂ ਪ੍ਰਾਪਤ ਹੋ ਸਕਦਾ ਮਨੁੱਖ ਦੇ ਆਪਣੇ ਜ਼ੋਰ ਦੇ ਨਾਲ। ਚੁੱਪੇ ਨੇ ਜ਼ੋਰ, ਜੇ ਕੋਈ ਆਖੇ ਕਿ ਮੈਂ ਚੁੱਪ ਰਹਿ ਕੇ ਉਹਨੂੰ ਪਾਲ ਲਵਾਂ ਆਪਣੇ ਜ਼ੋਰ ਦੇ ਨਾਲ, ਇਸ ਤਰ੍ਹਾਂ ਵੀ ਉਸ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਨਾ ਮੰਗਣ ਵਿੱਚ ਸਾਡੀ ਮਰਜ਼ੀ ਚੱਲਦੀ ਹੈ। ਜੇ ਕੁਛ ਮੰਗਣਾ ਹੈ ਅਸੀਂ ਪ੍ਰਮਾਤਮਾ ਦੇ ਕੋਲੋਂ, ਤੇ ਉਹ ਅਸੀਂ ਪ੍ਰਮਾਤਮਾ ਦੇ ਅੱਗੇ ਜਿਹੜਾ ਹੈ ਅਰਦਾਸ ਤੇ ਕਰ ਸਕਦੇ ਹਾਂ। ਪਰ ਜੇ ਆਖਾਂਗੇ ਸਾਡਾ ਇਹ ਹੱਕ ਬਣਦਾ, ਸਾਨੂੰ ਇਹ ਦੇ ਹੀ ਦੇ, ਇਸ ਤਰ੍ਹਾਂ ਕਦੀ ਨਹੀਂ ਹੋ ਸਕਦਾ। ਆਖਣ ਜ਼ੋਰ, ਚੁੱਪੈ ਨਹਿ ਜ਼ੋਰ, ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਤੇ ਜੇ ਉਹ ਪਰਮਾਤਮਾ ਸਾਨੂੰ ਦੁੱਖ ਦੇਣਾ ਚਾਹੁੰਦਾ ਹੈ, ਦੁੱਖ ਦੇਣਾ ਚਾਹੁੰਦਾ ਹੈ, ਤੇ ਉਹਨੂੰ ਕੋਈ ਰੋਕ ਵੀ ਨਹੀਂ ਸਕਦਾ। ਸਾਡੇ ਕਹਿਣ ਦੇ ਨਾਲ ਨਹੀਂ ਦਿੰਦਾ, ਮਰਜ਼ੀ ਨਹੀਂ ਚੱਲਦੀ। ਜੋ ਉਹਨੇ ਦੇਣਾ ਹੈ, ਦੁੱਖ ਦੇਣਾ ਹੈ, ਸੁੱਖ ਦੇਣਾ ਹੈ, ਉਹਨੇ ਆਪਣੀ ਮਰਜ਼ੀ ਨਾਲ ਦੇਣਾ ਹੈ। ਇਹਦੇ ਵਿੱਚ ਸਾਡਾ ਕੋਈ ਜ਼ੋਰ ਨਹੀਂ ਹੈ। ਆਖਣ ਜ਼ੋਰ, ਚੁੱਪੈ ਨਹਿ ਜ਼ੋਰ, ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਜ਼ੋਰ ਨਾ ਜੀਵਨ, ਮਰਨ ਨਹਿ ਜ਼ੋਰ। ਜਿਉਣ ਦੇ ਵਿੱਚ ਵੀ ਸਾਡਾ ਕੋਈ ਬਲ ਨਹੀਂ ਹੈ। ਜੇ ਅਸੀਂ ਕਹਿ ਲਈਏ ਕਿ ਅਸੀਂ ਸਦੀਵੀ ਤੌਰ ਤੇ ਇੱਥੇ ਜਿਉਂਦੇ ਰਵਾਂਗੇ, ਨਹੀਂ ਹੋ ਸਕਦਾ। ਕੋਈ ਪਤਾ ਨਹੀਂ ਕਿਹੜੇ ਵੇਲੇ ਅਕਾਲ ਪੁਰਖ ਪਰਮਾਤਮਾ, ਅੱਜ ਬੱਚਾ ਜਨਮਿਆ ਹੈ, ਭਾਵੇਂ ਕੱਲ੍ਹ ਨੂੰ ਲੈ ਜੇ, ਤੇ ਭਾਵੇਂ 10 ਸਾਲਾਂ ਦਾ ਹੋਵੇ ਉਦੋਂ ਲੈ ਜੇ, ਜਾਂ ਉਹ ਜਿਹੜਾ ਹੈ ਬਜ਼ੁਰਗ ਹੋਵੇ 80-90 ਸਾਲਾਂ ਦਾ ਹੋ ਜੇ, ਤਾਂ ਮੰਜੇ ਤੇ ਪਿਆ ਰਵੇ, ਤਾਂ ਪਰਮਾਤਮਾ ਜਿਹੜਾ ਹੈ ਉਹਨੂੰ ਨਾ ਖੜੇ। ਭਾਵ ਇਹਦੇ ਵਿੱਚ ਸਾਡਾ ਜ਼ੋਰ ਨਹੀਂ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਇਸ ਸੰਸਾਰ ਦੇ ਉੱਤੇ ਜੀਵਨ ਜੀਵੀਏ। ਪਤਾ ਨਹੀਂ ਕਦੋਂ ਉਸ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਤੋਂ ਲੈ ਜਾਣਾ ਹੈ, ਜਦੋਂ ਉਹਦਾ ਜ਼ੋਰ ਚੱਲੇ। ਆਖ ਜ਼ੋਰ ਨਾ ਜੀਵਨ, ਮਰਨ ਹੈ ਜ਼ੋਰ। ਤੇ ਨਾ ਹੀ ਕੋਈ ਮਰਨ ਦੇ ਵਿੱਚ ਸਾਡਾ ਜ਼ੋਰ ਹੈ। ਜੇ ਅਸੀਂ ਕਹੀਏ ਅਸੀਂ ਧੱਕੇ ਨਾਲ ਮਰ ਜਾਵਾਂਗੇ, ਤੇ ਉੱਥੇ ਵੀ ਸਾਡਾ ਜ਼ੋਰ ਨਹੀਂ ਚੱਲਦਾ। ਉੱਥੇ ਵੀ ਉਹ ਅਕਾਲ ਪੁਰਖ ਪਰਮਾਤਮਾ ਜਿਵੇਂ ਚਾਹੁੰਦਾ ਹੈ, ਉਵੇਂ ਹੀ ਸਾਨੂੰ ਮੌਤ ਆਉਂਦੀ ਹੈ। ਕਈ 100-100 ਸਾਲ ਦੇ ਹੋ ਜਾਂਦੇ ਆ, ਤਾਂ ਵੀ ਪਰਮਾਤਮਾ ਉਹਨਾਂ ਦੀ ਜੀਵਨ ਲੀਲਾ ਨਹੀਂ ਸਮਾਪਤ ਕਰਦਾ। ਉਹ ਮੰਜਿਆਂ ਤੇ ਵਿਲਕ ਰਹੇ ਹੁੰਦੇ ਆ। ਤੇ ਪ੍ਰਮਾਤਮਾ ਜਦੋਂ ਉਹਦੀ ਮਰਜ਼ੀ ਚੱਲਦੀ ਹੈ, ਜਦੋਂ ਉਹਦਾ ਜ਼ੋਰ ਚੱਲਦਾ ਹੈ, ਉਦੋਂ ਹੀ ਉਹ ਮਨੁੱਖ ਨੂੰ ਲੈ ਕੇ ਜਾਂਦਾ ਹੈ। ਜੀਵਨ ਦੇ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ ਹੈ, ਤੇ ਸਾਡੇ ਮਰਨ ਦੇ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ ਹੈ, ਸਾਡੀ ਕੋਈ ਤਾਕਤ ਨਹੀਂ ਹੈ। ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਜੋ ਰਾਜ ਮਾਲ ਭਾਵ ਜਿਹੜਾ ਧਨ ਪਦਾਰਥ ਹੈ ਸਾਡੇ ਕੋਲ, ਉਹਦੇ ਤੇ ਵੀ ਸਾਡਾ ਜ਼ੋਰ ਨਹੀਂ ਹੈ। ਪਤਾ ਨਹੀਂ ਕਿਹੜੇ ਵੇਲੇ ਅਕਾਲ ਪੁਰਖ ਪਰਮਾਤਮਾ ਕਿਸੇ ਨੂੰ ਜਿਹੜਾ ਹੈ ਉਹ ਬਣਾ ਦੇਵੇ ਰਾਜਾ, ਧਨ ਪਦਾਰਥ ਕਿੰਨਾ ਦੇ ਦੇਵੇ, ਤੇ ਜਦੋਂ ਉਹਦੀ ਮਰਜ਼ੀ ਹੋਵੇ ਤੇ ਉਹ ਪਤਾ ਨਹੀਂ ਕਿਹੜੇ ਵੇਲੇ ਕਿਸੇ ਨੂੰ ਜਿਹੜਾ ਹੈ ਉਹ ਭਿਖਾਰੀ ਬਣਾ ਦੇਵੇ। ਸਤਿਗੁਰਾਂ ਦਾ ਫਰਮਾਨ ਹੈ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰ ਦੋ ਮੂਰਖ ਤੇ ਮੁਗਧਾਰੀ। ਸਤਿਗੁਰਾਂ ਦਾ ਫਰਮਾਨ ਹੈ ਗੁਰਬਾਣੀ ਦਾ, ਕਿ ਪਤਾ ਨਹੀਂ ਉਹ ਅਕਾਲ ਪੁਰਖ ਪਰਮਾਤਮਾ ਕਿਹੜੇ ਵੇਲੇ ਕਿਸੇ ਗਰੀਬ ਨੂੰ ਜਿਹੜਾ ਹੈ ਪਾਤਸ਼ਾਹੀਆਂ ਬਖਸ਼ ਦੇਵੇ, ਕਿਹੜੇ ਗਰੀਬ ਨੂੰ ਜਿਹੜਾ ਹੈ ਧਨ ਪਦਾਰਥ ਬਖਸ਼ ਦੇਵੇ, ਤੇ ਪਤਾ ਨਹੀਂ ਕਿਹੜਾ ਜਿਹੜਾ ਹੈ ਕੋਈ ਗਰੀਬ, ਕਿਹੜਾ ਕੋਈ ਰਾਜਾ ਹੈ, ਉਹਨੂੰ ਉਸੇ ਵੇਲੇ ਜਿਹੜਾ ਹੈ ਘਾਹ ਖੋਦਣ ਦੇ ਤੇ ਲਾ ਦੇਵੇ। ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਹੁਣ ਮਨੁੱਖ ਦੇ ਮਨ ਦੇ ਅੰਦਰ ਜਿਹੜਾ ਸ਼ੋਰ ਹੈ, ਭਾਵ ਉਹਦੇ ਉੱਤੇ ਵੀ ਮਨੁੱਖ ਦਾ ਕੋਈ ਜ਼ੋਰ ਨਹੀਂ ਚੱਲਦਾ। ਜਿਹੜਾ ਰੌਲਾ ਸਾਡੇ ਮਨ ਦੇ ਅੰਦਰ ਚੱਲ ਰਿਹਾ ਹੈ ਨਾ, ਉਹਦੇ ਉੱਤੇ ਵੀ ਕੋਈ ਜਿਹੜਾ ਮਨੁੱਖ ਦਾ ਕੋਈ ਕੰਟਰੋਲ ਨਹੀਂ ਹੈ। ਜਾਂ ਕਹਿ ਲਓ ਕਿ ਮਨੁੱਖ ਜਿਹੜੀ ਫੂੰ ਫਾਂ ਕਰਦਾ ਹੈ ਨਾ ਹੰਕਾਰ ਦੇ ਵਿੱਚ, ਉਹ ਜਿਹੜਾ ਹੰਕਾਰ ਹੈ ਉਹ ਵੀ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਹੈ। ਕੋਈ ਪਤਾ ਨਹੀਂ ਜਦੋਂ ਮਨੁੱਖ ਉਹ ਹੰਕਾਰ ਕਰਦਾ ਤੇ ਕਿਹੜੇ ਵੇਲੇ ਉਸ ਪਰਮਾਤਮਾ ਨੇ ਉਹਨੂੰ ਇਸ ਸੰਸਾਰ ਤੋਂ ਲੈ ਜਾਣਾ ਹੈ। ਧਨ ਪਦਾਰਥ ਦਾ ਜਿਹੜਾ ਸ਼ੋਰ ਹੈ ਉਸੇ ਵੇਲੇ ਖਤਮ ਹੋ ਜਾਣਾ ਹੈ। ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਹੁਣ ਸੁਰਤੀ ਭਾਵ ਆਤਮ ਜਗਿਆਸਾ ਕਈਆਂ ਵਿੱਚ ਹੁੰਦਾ ਹੈ ਕਿ ਮੈਂ ਪਰਮਾਤਮਾ ਨੂੰ ਯਾਦ ਕਰਕੇ ਉਹਨੂੰ ਪਾ ਲਵਾਂ, ਸਿਮਰਨ ਕਰਾਂ, ਬਾਣੀ ਪੜ੍ਹਾਂ, ਸੁਰਤ ਪਰਮਾਤਮਾ 'ਚ ਟਿਕਾਵਾਂ।
ਤੇ ਉਹ ਸੁਰਤ ਟਿਕਾਉਣ ਦੇ ਵਾਸਤੇ ਵੀ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਮੈਂ ਸੁਰਤ ਟਿਕਾ ਸਕਦਾ, ਭਾਵ ਮੈਂ ਹੀ ਉਸ ਪਰਮਾਤਮਾ ਨੂੰ ਜਪ ਸਕਦਾ ਆਪਣੇ ਜੋਰ ਦੇ ਨਾਲ। ਇਸ ਤਰ੍ਹਾਂ ਮਨੁੱਖ ਕੋਈ ਵੀ ਆਪਣਾ ਜਿਹੜਾ ਹੈ ਉਹਦਾ ਮਨੁੱਖ ਦਾ ਆਪਣਾ ਕੋਈ ਵਸਤ ਨਹੀਂ ਚੱਲ ਸਕਦਾ, ਕਿਉਂਕਿ ਪਰਮਾਤਮਾ ਚਾਹਵੇ ਤੇ ਕਿਸੇ ਦੀ ਸੁਰਤ ਹੀ ਉੱਚੀ ਹੁੰਦੀ ਹੈ। ਪਰਮਾਤਮਾ ਚਾਹਵੇ ਤੇ ਕੋਈ ਉਹਨੂੰ ਪ੍ਰਾਪਤ ਕਰ ਸਕਦਾ ਹੈ, ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੁੰਦੀ ਹੈ। ਜ਼ੋਰ ਨਾ ਸੁਰਤੀ, ਸੁਰਤੀ ਦੇ ਜ਼ੋਰ ਦੇ ਨਾਲ ਗਿਆਨ ਵਿਚਾਰ ਤੇ ਕੋਈ ਮਨੁੱਖ ਜਿਹੜਾ ਹੈ ਗਿਆਨ ਦੀ ਵਿਚਾਰ ਨਹੀਂ ਕਰ ਸਕਦਾ। ਭਾਵ ਜੇ ਕੋਈ ਕਹੇ ਕਿ ਮੈਂ ਉੱਚੀ ਸੁਰਤੀ ਕਰਕੇ ਮੇਰੇ ਕੋਲ ਇੰਨਾ ਕੁ ਗਿਆਨ ਆ ਗਿਆ ਕਿ ਮੈਂ ਸਾਰਿਆਂ ਨੂੰ ਜਿਹੜਾ ਹੈ ਉਹ ਗਿਆਨ ਦੇਵਾਂ, ਗਿਆਨ ਦੀ ਵਿਚਾਰ ਕਰਾਂ, ਤੇ ਸਤਿਗੁਰੂ ਕਹਿੰਦੇ ਕਿ ਉਹ ਵੀ ਮਨੁੱਖ ਉਸ ਅਕਾਲ ਪੁਰਖ ਦੀ ਮਰਜ਼ੀ ਤੋਂ ਬਿਨਾਂ, ਉਹਦੇ ਬਲ ਤੋਂ ਬਿਨਾਂ, ਉਹਦੇ ਜ਼ੋਰ ਤੋਂ ਬਿਨਾਂ ਕਿਸੇ ਨੂੰ ਕੋਈ ਗਿਆਨ ਦੀ ਵਿਚਾਰ ਨਹੀਂ ਦੇ ਸਕਦਾ। ਸੋ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜਿੰਨੀ ਸਾਡੀ ਸਮਰੱਥਾ ਹੈ ਜਿੰਨੇ ਗਿਆਨ ਦੀ, ਅਸੀਂ ਉਨਾ ਕੀ ਹੀ ਗਿਆਨ ਪ੍ਰਾਪਤ ਕਰ ਸਕਦੇ ਹਾਂ। ਤੇ ਜੇ ਕੋਈ ਮਨੁੱਖ ਕਵੇ ਕਿ ਮੈਂ ਬੜਾ ਬਲ ਦੇ ਨਾਲ ਗਿਆਨ ਪ੍ਰਾਪਤ ਕਰ ਲਵਾਂਗਾ, ਤੇ ਇਹ ਨਹੀਂ ਹੋ ਸਕਦਾ। ਉਹ ਆਪਣੇ ਬਲ ਦੇ ਨਾਲ, ਆਪਣੀ ਤਾਕਤ ਦੇ ਨਾਲ ਗਿਆਨ ਪ੍ਰਾਪਤ ਵੀ ਨਹੀਂ ਕਰ ਸਕਦਾ। ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਕੋਈ ਜੁਗਤ ਐਸੀ ਨਹੀਂ ਹੈ, ਕੋਈ ਐਸੀ ਜੁਗਤ ਨਹੀਂ ਹੈ ਮਨੁੱਖ ਕਵੇ ਕਿ ਮੈਂ ਜ਼ੋਰ ਦੇ ਨਾਲ, ਮੈਂ ਤਾਕਤ ਦੇ ਨਾਲ, ਜ਼ੋਰ ਦੇ ਨਾਲ ਜਿਹੜਾ ਹੈ ਇਸ ਸੰਸਾਰ ਤੋਂ ਆਪਣੀ ਬੰਦ ਖਲਾਸੀ ਕਰਾਉਣਾ। ਲੋਕ ਕਰਦੇ ਆ ਨਾ, ਕੋਈ ਪੁੱਠੇ ਲਮਕੇ ਤਪ ਕਰਦੇ ਆ, ਕੁਝ ਲੋਕ ਜਿਹੜੇ ਆ ਉਹ ਵਾਰ-ਵਾਰ ਜਿਹੜਾ ਹੈ ਕਈ ਕਰਮ ਕਾਂਡ ਨਿਭਾਉਂਦੇ ਆ, ਕਈ ਜੁਗਤਾਂ ਵਰਤਦੇ। ਜੁਗਤੀ ਦਾ ਅਰਥ ਵੈਸੇ ਰਹਿਤ ਹੁੰਦਾ ਹੈ। ਰਹਿਤ ਤੋਂ ਭਾਵ ਕਿ ਜਿਹੜੇ ਢੰਗ, ਜਿਹੜਾ ਤਰੀਕਾ, ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਕਈ ਢੰਗ, ਕਈ ਤਰੀਕੇ ਮਨੁੱਖ ਵਰਤਦਾ ਹੈ ਆਪਣੇ ਜ਼ੋਰ ਦੇ ਨਾਲ। ਕੋਈ ਕਹਿੰਦਾ ਹੈ ਕਿ ਸਵੇਰੇ ਉੱਠ ਕੇ ਠਾਕੁਰ ਨੂੰ ਜਿਹੜਾ ਹੈ ਉਹ ਫੁੱਲ ਚੜਾਉਣ ਦੇ ਨਾਲ ਮੁਕਤੀ ਹੋ ਜਾਏਗੀ। ਕੋਈ ਕੁਛ ਸੋਚਦਾ ਹੈ, ਸਾਡੇ ਵਿੱਚ ਵੀ ਸੋਚਦੇ ਆ ਨਾ ਕਿ ਜੇ ਮੈਂ ਲੰਗਰ ਛਕਾ ਦਿਆਂਗਾ 10 ਭੁੱਖਿਆਂ ਨੂੰ ਤੇ ਸ਼ਾਇਦ ਮੇਰੀ ਬੰਦ ਖਲਾਸੀ ਹੋ ਜਾਏਗੀ। ਇਸ ਤਰ੍ਹਾਂ ਬੰਦ ਖਲਾਸੀ ਨਹੀਂ ਹੈ। ਸਤਿਗੁਰੂ ਕਹਿੰਦੇ ਜ਼ੋਰ ਦੇ ਨਾਲ ਬੰਦ ਖਲਾਸੀ ਨਹੀਂ ਹੋ ਸਕਦੀ, ਭਾਵੇਂ ਮਨੁੱਖ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਕਿ ਮੈਂ ਜਿਹੜਾ ਹੈ ਸੰਸਾਰ ਦੇ ਉੱਤੇ ਇਹ ਜਿਹੜੇ, ਕਿਉਂਕਿ ਮਨੁੱਖ ਅਸਲ 'ਚ ਨਾ ਮੁਕਤੀ ਪ੍ਰਾਪਤ ਕਰਨ ਵਾਸਤੇ ਸਾਰੇ ਕਾਰਜ ਕਰਦਾ ਨਾ ਸੰਸਾਰ ਦੇ ਉੱਤੇ, ਕਿ ਮੈਂ ਮੁਕਤ ਹੋ ਜਾਵਾਂ। ਕੋਈ ਕਿਸੇ ਤਰ੍ਹਾਂ ਦੇ ਕਰਮ ਕਾਂਡ ਕਰਦਾ, ਕੋਈ ਕਿਸੇ ਤਰ੍ਹਾਂ ਦੇ ਕਰਮ ਕਾਂਡ ਕਰਦਾ, ਤੇ ਹਰ ਕੋਈ ਇਹੀ ਚਾਹੁੰਦਾ ਹੈ ਕਿ ਮੈਂ ਮੁਕਤੀ ਪ੍ਰਾਪਤ ਕਰ ਲਵਾਂ। ਪਰ ਸਤਿਗੁਰੂ ਕਹਿੰਦੇ ਆ ਕਿ ਇਸ ਜ਼ੋਰ ਦੇ ਨਾਲ ਮੁਕਤੀ ਪ੍ਰਾਪਤ ਨਹੀਂ ਹੈ। ਠੀਕ ਹੈ, ਤੇਰਾ ਕਰਮ ਹੈ, ਤੂੰ ਕਰਦਾ ਹੈ, ਕਿਸੇ ਨੂੰ ਭੁੱਖਿਆਂ ਨੂੰ ਪ੍ਰਸ਼ਾਦਾ ਛਕਾ ਰਿਹਾ ਹੈ, ਸੇਵਾ ਕਰ ਰਿਹਾ ਹੈ, ਤੇ ਉਹ ਕੋਈ ਗੱਲ ਨਹੀਂ। ਪਰ ਜੇ ਤੂੰ ਇਹ ਗੱਲ ਕਵੇਂ ਕਿ ਮੈਂ ਇਸ ਤਰ੍ਹਾਂ ਕਰਨ ਦੇ ਨਾਲ ਆਪਣੇ ਜ਼ੋਰ ਦੇ ਨਾਲ ਸੰਸਾਰ ਤੋਂ ਛੁੱਟ ਜਾਵਾਂਗਾ, ਭਾਵ ਮੁਕਤ ਹੋ ਜਾਵਾਂਗਾ, ਮੁਕਤੀ ਜਿਹੜੀ ਹੈ ਉਹ ਵੀ ਉਹਦੇ ਜ਼ੋਰ ਦੇ ਵਿੱਚ ਹੈ, ਤੇਰੇ ਹੱਥ ਵਿੱਚ ਕੁਝ ਨਹੀਂ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜਿਸ ਅਕਾਲ ਪੁਰਖ ਦੇ ਪ੍ਰਮਾਤਮਾ ਦੇ ਵਿੱਚ ਤਾਕਤ ਹੈ, ਉਹੀ ਜ਼ੋਰ ਕਰਕੇ ਵੇਖਦਾ ਹੈ। ਜਿਹਦੇ ਕਰ ਵਿੱਚ, ਜਿਹਦੇ ਹੱਥ ਵਿੱਚ, ਜਿਸ ਹੱਥ ਜ਼ੋਰ ਕਰ ਵੇਖਿਆ ਸੋਏ, ਉਹੀ ਉਸ ਨੂੰ ਵਰਤਦਾ ਅਤੇ ਵੇਖਦਾ ਹੈ। ਕਰ ਵੇਖਿਆ ਸੋਏ, ਕਿਉਂਕਿ ਕਿਹਦੇ ਹੱਥ ਵਿੱਚ ਜ਼ੋਰ ਹੈ? ਅਕਾਲ ਪੁਰਖ ਦੇ। ਉਸ ਅਕਾਲ ਪੁਰਖ ਦੇ ਹੱਥ ਦੇ ਵਿੱਚ ਸਾਰੀ ਤਾਕਤ ਹੈ, ਸਾਰਾ ਬਲ ਹੈ। ਉਹੀ ਜਿਹੜਾ ਹੈ ਜਿਸ ਹੱਥ ਜ਼ੋਰ ਕਰ ਵੇਖਿਆ ਸੋਏ, ਉਹ ਅਕਾਲ ਪੁਰਖ ਪ੍ਰਮਾਤਮਾ ਉਸ ਤਾਕਤ ਨੂੰ ਵਰਤਦਾ ਹੈ। ਉਹੀ ਜੇ ਚਾਹਵੇ ਤੇ ਕਿਸੇ ਨੂੰ ਮੁਕਤੀ ਦੇ ਸਕਦਾ ਹੈ। ਜੇ ਉਹ ਅਕਾਲ ਪੁਰਖ ਚਾਹਵੇ ਤੇ ਕਿਸੇ ਦੀ ਸੁਰਤ ਜੋੜ ਸਕਦਾ ਹੈ। ਉਹ ਅਕਾਲ ਪੁਰਖ ਚਾਹਵੇ ਤੇ ਕਿਸੇ ਨੂੰ ਧਨ ਮਾਲ ਪਦਾਰਥ ਦੇ ਸਕਦਾ ਹੈ ਜ਼ੋਰ ਦੇ ਨਾਲ। ਪਰ ਮਨੁੱਖ ਆਪਣੇ ਜ਼ੋਰ ਦੇ ਨਾਲ ਅਜਿਹਾ ਕਾਰਜ ਨਹੀਂ ਕਰ ਸਕਦਾ। ਜਿਸ ਹੱਥ ਜ਼ੋਰ ਕਰ ਵੇਖਿਆ ਸੋਏ, ਉਹੀ ਸਿਰਫ ਕਰਕੇ ਵੇਖ ਸਕਦਾ ਹੈ। ਨਾਨਕ ਉੱਤਮ ਨੀਚ ਨਾ ਹੋਏ। ਨਾਨਕ ਤੇ ਥੋੜਾ ਰੁਕਣਾ ਹੈ ਜੀ। ਨਾਨਕ ਉੱਤਮ ਨੀਚ ਨਾ ਹੋਏ, ਕਿ ਇਹ ਨਾਨਕ ਉਸ ਅਕਾਲ ਪੁਰਖ ਦੇ ਦਰ ਦੇ ਉੱਤੇ ਉੱਤਮ ਤੇ ਨੀਚ, ਉੱਤਮ ਮਨੁੱਖ ਤੇ ਨੀਵੇਂ ਮਨੁੱਖ, ਨਾਨਕ ਉੱਤਮ ਨੀਚ ਨਾ ਕੋਏ, ਭਾਵ ਉੱਚੇ ਤੇ ਨੀਵੇਂ ਮਨੁੱਖ ਜਿਹੜੇ ਆ ਉਹਦੇ ਹੁਕਮ ਦੇ ਵਿੱਚ, ਉਹਦੇ ਜ਼ੋਰ ਦੇ ਵਿੱਚ ਹੀ ਕਾਰ ਕਮਾ ਰਹੇ ਆ। ਨਾਨਕ ਉੱਤਮ ਨੀਚ ਨਾ ਕੋਏ, ਕੋਈ ਉੱਚਾ ਤੇ ਕੋਈ ਨੀਵਾ ਨਹੀਂ ਹੈ। ਉਹਦੀ ਜ਼ੋਰ ਦੇ ਨਾਲ ਹੀ ਮਨੁੱਖ ਉੱਚੇ ਤੇ ਨੀਵੇਂ ਬਣ ਰਹੇ ਆ। ਜਿਨ੍ਹਾਂ ਨੂੰ ਚਾਹਵੇ, ਜਿਨ੍ਹਾਂ ਦਾ ਜੀਵਨ ਨਿਵਾਣ ਵੱਲ ਨੂੰ ਗਿਆ ਹੁੰਦਾ ਹੈ, ਤੇ ਪ੍ਰਮਾਤਮਾ ਚਾਹਵੇ ਤੇ ਉਹਨਾਂ ਨੂੰ ਉੱਤਮ ਕਰ ਦਿੰਦਾ ਹੈ।
ਉੱਚੇ ਬਣਾ ਦਿੰਦਾ ਹੈ, ਤੇ ਜਿਨ੍ਹਾਂ ਦਾ ਜੀਵਨ ਉੱਤਮ ਹੁੰਦਾ ਹੈ, ਜਿਹੜੇ ਉੱਤੇ ਪਹੁੰਚੇ ਹੁੰਦੇ ਆ, ਤੇ ਅਕਾਲ ਪੁਰਖ ਪ੍ਰਮਾਤਮਾ ਜ਼ੋਰ ਦੇ ਨਾਲ ਆਪਣੇ ਬਲ ਦੇ ਨਾਲ ਜੇ ਚਾਹੇ ਤੇ ਉਹਨਾਂ ਦਾ ਜੀਵਨ ਨੀਵਾਂ ਕਰ ਦਿੰਦਾ ਹੈ। ਉਸ ਅਕਾਲ ਪੁਰਖ ਦੇ ਵਿੱਚ ਹੀ ਇੰਨੀ ਤਾਕਤ ਹੈ। ਨਾਨਕ ਉੱਤਮ ਨੀਚ ਨਾ ਕੋਈ, ਸੰਸਾਰ ਦੇ ਕੋਈ ਉੱਚਾ ਤੇ ਕੋਈ ਨੀਵਾਂ ਨਹੀਂ ਹੈ, ਸਾਰਾ ਕੁਛ ਉਹਦੇ ਹੁਕਮ ਦੇ ਵਿੱਚ ਹੈ, ਉਹਦੇ ਜ਼ੋਰ ਦੇ ਵਿੱਚ ਹੈ, ਉਹਦੇ ਬਲ ਦੇ ਵਿੱਚ ਹੈ। ਇਹ ਆਪਾਂ ਹੁਣ 2 ਪੌੜੀਆਂ ਜਿਹੜੀਆਂ ਕਰ ਲਈਆਂ ਹਨ। ਹੁਣ ਆਪਾਂ ਜੋ ਅੱਗੇ ਵਿਚਾਰ ਆਰੰਭ ਕਰਨੇ ਉਹਦੇ ਬਾਰੇ ਥੋੜਾ ਜਿਹਾ ਰੁਕ ਕੇ ਆਪ ਜੀ ਨੂੰ ਦੱਸ ਜਾਵਾਂ। ਜੋ ਆਪ ਜੀ ਸਕਰੀਨ ਤੇ ਪੌੜੀ 34 ਆ ਗਈ ਹੈ, ਇੱਥੋਂ ਜਪਜੀ ਸਾਹਿਬ ਦੀ ਸਭ ਤੋਂ ਮਹਿੰਗੀ ਜਿਹੜੀ ਵਿਚਾਰ ਉਹ ਆਰੰਭ ਹੋਣ ਲੱਗੀ ਹੈ। ਭਾਵ ਇਹ ਜਿਹੜੀ ਪੌੜੀ ਹੈ ਇਹ ਧਰਮ ਖੰਡ ਦੀ ਪੌੜੀ ਹੈ, ਜੋ ਆਪ ਜੀ ਦੀ ਸਕਰੀਨ ਦੇ ਉੱਤੇ ਆ ਰਹੀ ਹੈ। ਤੇ ਇਸ ਤੋਂ ਬਾਅਦ ਇੱਥੋਂ ਪਹਿਲਾ ਖੰਡ ਸ਼ੁਰੂ ਹੁੰਦਾ ਹੈ, ਧਰਮ ਖੰਡ। ਫਿਰ ਉਸ ਤੋਂ ਬਾਅਦ ਅਗਲਾ ਖੰਡ ਗਿਆਨ ਖੰਡ ਸ਼ੁਰੂ ਹੁੰਦਾ ਹੈ। ਫਿਰ ਸਰਮ ਖੰਡ, ਤੀਸਰਾ ਖੰਡ ਜਿਹੜਾ ਹੈ ਸਰਮ ਖੰਡ ਸ਼ੁਰੂ ਹੋਣਾ ਹੈ। ਫਿਰ ਅੱਗੇ ਕਰਮ ਖੰਡ ਜੋ ਚੌਥਾ ਖੰਡ ਹੈ, ਤੇ ਫਿਰ ਪੰਜਵਾਂ ਖੰਡ ਜੋ ਸੱਚ ਖੰਡ ਹੈ। ਇਹਨਾਂ 5 ਖੰਡਾਂ ਦੀ ਵਿਚਾਰ ਦੀ ਆਰੰਭਤਾ ਇਸ 34ਵੀਂ ਪੌੜੀ ਤੋਂ ਹੋਣੀ ਹੈ। ਤੇ ਮੈਂ ਦੱਸ ਜਾਵਾਂ ਕਿ ਵੱਖ-ਵੱਖ ਵਿਦਵਾਨਾਂ ਨੇ ਇਹਨਾਂ ਖੰਡਾਂ ਦਾ ਆਪਣੇ ਆਪਣੇ ਢੰਗ ਦੇ ਨਾਲ ਵਰਣਨ ਕੀਤਾ। ਵੱਖ-ਵੱਖ ਵਿਚਾਰਾਂ ਹਨ। ਕੁਛ ਨੇ ਇਹਨਾਂ ਨੂੰ ਇਹ ਅਵਸਥਾਵਾਂ ਦੱਸਿਆ, ਮਨੁੱਖ ਦੀਆਂ ਮਨ ਦੀਆਂ ਅਵਸਥਾਵਾਂ। ਇਹ ਮਨੁੱਖ ਆਪਣੇ ਮਾਨਸਿਕ ਤੌਰ ਤੇ ਇੱਥੇ ਕੱਪੜਦਾ ਹੈ, ਇੱਥੇ ਕੱਪੜਦਾ ਹੈ, ਤੇ ਉਹ ਆਪਣੇ ਤਰੀਕੇ ਨਾਲ ਵਿਚਾਰ ਕਰਦੇ ਆ। ਤੇ ਕੁਝ ਜਿਹੜੇ ਆ ਉਹ ਇਹਨਾਂ ਨੂੰ ਇੱਕ ਵੱਖਰਾ ਖੰਡ, ਵੱਖਰੀ ਧਰਤੀ, ਵੱਖਰੀ ਜਗ੍ਹਾ ਜਿਹੜੀ ਉਹ ਦੱਸਦੇ ਆ ਕਿ ਇੱਕ ਵੱਖਰਾ ਹੀ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਮਨੁੱਖ ਜਿਹੜੇ ਕਾਰਜ ਕਰਦੇ ਆ। ਤੇ ਕੁਝ ਨੇ ਇਹਨਾਂ ਖੰਡਾਂ ਨੂੰ ਮੰਡਲ ਦੀ ਤਰ੍ਹਾਂ ਜਿਹੜਾ ਵਰਤਿਆ ਹੈ ਕਿ ਵੱਖ-ਵੱਖ ਮੰਡਲ ਬਣੇ ਆ ਸੁਰਤ ਦੇ ਅੰਦਰ, ਤੇ ਉਹਨਾਂ ਸੁਰਤ ਮੰਡਲਾਂ ਦੇ ਵਿੱਚ ਸਾਡੀ ਜਿਹੜੀ ਹੈ ਸੁਰਤ ਉਹ ਉਡਾਰੀ ਮਾਰਦੀ ਹੈ। ਤੇ ਇਹਦੇ ਨਾਲ ਹੀ ਕਈਆਂ ਨੇ ਜਿਹੜੇ ਆ ਸੰਸਾਰੀ ਅਰਥ ਵੀ ਕੀਤੇ ਆ, ਜਿਹੜੀਆਂ ਕਦਰਾਂ ਕੀਮਤਾਂ ਹੁੰਦੀਆਂ ਹੈ ਉਹਨਾਂ ਦੇ ਅਰਥ ਵੀ ਇਹਨਾਂ 5 ਖੰਡਾਂ ਦੇ ਆਧਾਰ ਦੇ ਉੱਤੇ ਕੀਤੇ ਆ। ਜਿਵੇਂ ਵਰਗੀਕਰਨ ਹੁੰਦਾ ਹੈ ਨਾ ਕਦਰਾਂ ਕੀਮਤਾਂ ਦਾ, ਸਾਡੇ ਸੰਸਾਰ ਦੇ ਵਿੱਚ ਹੁੰਦਾ ਹੈ, ਅਸੀਂ ਕਰਦੇ ਹਾਂ ਚੋਰੀ ਨਹੀਂ ਕਰਨੀ ਜਾਂ ਹੋਰ ਚੰਗੇ ਕਾਰਜ ਕਰਨੇ ਆ, ਉਹਨਾਂ ਲਈ ਵਿਚਾਰ ਨੂੰ ਉਹਨਾਂ ਨੂੰ ਕਦਰਾਂ ਕੀਮਤਾਂ ਕਿਹਾ ਜਾਂਦਾ। ਉਹਦੇ ਆਧਾਰ ਦੇ ਉੱਤੇ ਵੀ ਉਹਨਾਂ ਨੇ ਇਹਨਾਂ ਖੰਡਾਂ ਦੇ ਜਿਹੜੇ ਆ ਅਰਥ ਕੀਤੇ ਆ। ਪਰ ਆਪਾਂ ਵੀ ਇਸ ਹਿਸਾਬ ਦੇ ਨਾਲ ਹੀ ਅਰਥ ਕਰਾਂਗੇ ਕਿ ਜਿਵੇਂ ਉਸ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਆ ਤੇ ਕੀ ਉਹਦੇ ਵਿੱਚੋਂ ਪਾਇਆ, ਤੇ ਕੀ ਬਣਾ ਕੇ ਉਹ ਜੀਵਾਂ ਨੂੰ ਕੀ ਦਾਤਾਂ ਬਖਸ਼ ਰਿਹਾ, ਤੇ ਕਿਵੇਂ ਮਨੁੱਖ ਜਿਹੜੇ ਆ ਇਹਨਾਂ 5 ਖੰਡਾਂ ਦੇ ਵਿੱਚ ਵਿਚਰਦੇ ਆ, ਤੇ 5 ਖੰਡਾਂ ਦੇ ਵਿੱਚ ਵਿਚਰਨ ਵਾਲੇ ਮਨੁੱਖ ਜਿਹੜੇ ਆ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ, ਉਹ ਆਪਾਂ ਇੱਥੋਂ ਜਿਹੜੀ ਪੌੜੀ ਦੀ ਆਰੰਭਤਾ ਹੁੰਦੀ ਹੈ। ਆਪ ਜੀ ਦੇ ਸਾਹਮਣੇ ਪੌੜੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ, ਰਾਤੀ, ਰੁੱਤੀ, ਚਿੱਤੀ, ਵਾਰ। ਹੁਣ 4 ਸ਼ਬਦ ਆਏ ਆ ਜੀ। ਸਭ ਤੋਂ ਪਹਿਲਾਂ ਰਾਤੀ, ਭਾਵ ਜਿਹੜੀ ਰਾਤ ਹੈ, ਰਾਤ ਮਿਲੀ ਹੈ ਨਾ ਜਦੋਂ ਅਸੀਂ ਸੌਂਦੇ ਹਾਂ ਰਾਤੀ। ਫਿਰ ਉਸ ਤੋਂ ਬਾਅਦ ਰੁੱਤੀ, ਰੁੱਤਾਂ ਮਿਲੀਆਂ ਹੋਈਆਂ ਸਾਨੂੰ ਪਰਮਾਤਮਾ ਵੱਲੋਂ 6 ਰੁੱਤਾਂ। ਰਾਤੀ, ਰੁੱਤੀ, ਥਿੱਤੀ, ਫਿਰ ਸਾਨੂੰ ਥਿੱਤਾਂ ਮਿਲੀਆਂ ਹੋਈਆਂ, ਭਾਵ ਤਰੀਕਾਂ ਮਿਲੀਆਂ ਹੋਈਆਂ। 30 ਮਹੀਨਿਆਂ ਦਾ ਦਿਨ ਸਾਨੂੰ ਜਿਹੜਾ ਇਹ ਵਰਣਨ ਮਿਲਦਾ ਕਿ 30 ਦਾ ਜਾਂ 31 ਦਾ ਮਹੀਨਾ ਉਹ ਤਰੀਕਾਂ ਹੀ ਹੁੰਦੀਆਂ ਹਨ। ਤੇ ਫਿਰ ਵਾਰ ਸਾਨੂੰ ਸਤਿਗੁਰਾਂ ਨੇ ਦਿੱਤੇ, 7 ਵਾਰ ਹਨ ਹਫ਼ਤੇ ਦੇ। ਤੇ ਇਹਨਾਂ ਦੀ ਜਿਹੜੀ ਹੈ ਨਾ ਵਿਚਾਰ ਸਤਿਗੁਰੂ ਅੱਗੇ ਕਹਿੰਦੇ ਆ ਕਿ ਇਹ ਸਾਨੂੰ ਪਰਮਾਤਮਾ ਵੱਲੋਂ ਮਿਲੇ ਹੋਏ ਆ। ਰਾਤਾਂ ਮਿਲੀਆਂ ਹੋਈਆਂ ਜਿਹੜੀਆਂ ਅਸੀਂ ਰਾਤਾਂ ਨੂੰ ਸੌਂਦੇ ਹਾਂ, ਆਰਾਮ ਕਰਦੇ ਹਾਂ। ਰੁੱਤਾਂ ਮਿਲੀਆਂ ਹੋਈਆਂ ਜਿਹੜੀਆਂ ਰੁੱਤਾਂ ਨੂੰ ਅਸੀਂ ਮਾਣਦੇ ਹਾਂ। 12 ਮਹੀਨਿਆਂ ਦੇ ਵਿੱਚ 6 ਰੁੱਤਾਂ ਮਾਣਦੇ ਹਾਂ ਅਸੀਂ। ਫਿਰ ਉਸ ਤੋਂ ਬਾਅਦ ਥਿੱਤਾਂ ਸਾਨੂੰ ਦਿਨ ਮਿਲੇ ਹੋਏ ਆ। ਫਿਰ ਵਾਰ ਮਿਲੇ ਹੋਏ ਆ 7। ਇਹਨਾਂ ਨੂੰ ਅਸੀਂ ਮਾਣਦੇ ਹਾਂ ਸੰਸਾਰ ਦੇ ਉੱਤੇ, ਜਿਹਦਾ ਅਸੀਂ ਇੱਕ ਵੀ ਪੈਸਾ ਪਰਮਾਤਮਾ ਨੂੰ ਅਦਾ ਨਹੀਂ ਕਰਦੇ, ਫ੍ਰੀ ਦੇ ਵਿੱਚ ਮਾਣਦੇ। ਇਹਨਾਂ ਰਾਤਾਂ ਦਾ, ਇਹਨਾਂ ਰੁੱਤਾਂ ਦਾ, ਇਹਨਾਂ ਥਿੱਤਾਂ ਦਾ, ਇਹਨਾਂ ਵਾਰਾਂ ਦਾ ਕੋਈ ਵੀ ਪੈਸਾ ਪਰਮਾਤਮਾ ਨੂੰ ਅਸੀਂ ਨਹੀਂ ਪੇ ਕਰਦੇ। ਅੱਗੇ ਸਤਿਗੁਰਾਂ ਨੇ ਤੱਤਾਂ ਦੀ ਗੱਲ ਕੀਤੀ ਹੈ। ਤੱਤ ਕਿਹੜੇ ਮਿਲੇ ਹੋਏ ਆ ਸਾਨੂੰ? ਪਵਨ, ਪਾਣੀ, ਅਗਨੀ, ਪਾਤਾਲ। ਸਾਨੂੰ ਅਕਾਲ ਪੁਰਖ ਪਰਮਾਤਮਾ ਨੇ ਹਵਾ ਦਿੱਤੀ ਹੈ। ਪਵਨ ਤੋਂ ਭਾਵ ਹਵਾ, ਪਾਣੀ ਦਿੱਤਾ ਹੈ ਵਰਤਣ ਵਾਸਤੇ ਜਲ, ਫਿਰ ਅੱਗ ਦਿੱਤੀ ਹੋਈ ਹੈ ਸਰੀਰ ਨੂੰ ਗਰਮ ਰੱਖਣ ਵਾਸਤੇ, ਜਾਂ ਸਰੀਰ ਦੀ ਅਗਨੀ, ਕਿਉਂਕਿ ਸਰੀਰ ਦੇ ਵਿੱਚ ਵੀ ਅਗਨੀ ਜਿਹਦੇ ਨਾਲ ਭੋਜਨ ਪਚਦਾ ਹੈ, ਜਠਰ ਅਗਨੀ। ਤੇ ਹੋਰ ਜਿਹੜੀ ਬਾਹਰ ਅਸੀਂ ਵਰਤਦੇ ਹਾਂ ਅੱਗ, ਉਹ ਸਾਨੂੰ ਵਰਤਣ ਵਾਸਤੇ ਅਕਾਲ ਪੁਰਖ ਨੇ ਦਿੱਤੀ ਆ। ਪਾਤਾਲ ਭਾਵ ਸਾਨੂੰ ਧਰਤੀ ਦਿੱਤੀ ਆ ਅਕਾਲ ਪੁਰਖ ਨੇ, ਵੱਖ-ਵੱਖ ਪਤਾਲ ਬਣਾਏ ਆ। ਇਹ ਤੱਤ ਸਾਨੂੰ ਅਕਾਲ ਪੁਰਖ ਨੇ ਦਿੱਤੇ ਹੋਏ ਆ।
फिर सतगुरु अगे बख्शिश करते हैं कि इन्हां तत्तां दा परमात्मा साडे कोलों कोई मुੱਲ नहीं लै रहा। सानू फ्री दे विच पानी दिता है, सानू फ्री दे विच जिहड़ा है अग दिती है, फ्री दे विच हवा दिती है उस अकाल पुरख ने। फिर सतगुरु कहते कि काहदे वास्ते दिती है, इस विच धरती थाप रखी धर्मसाल। शब्द धर्मसाल ते रोक के फिर आपां अगली पंक्तियां ते शब्दां दे अर्थ करांगे। धर्मसाल दा अर्थ हुंदा है, दो अर्थ गुरबाणी दे अंदर भी, जिवें आपां भाई गुरदास जी ने शब्द वरत्या धर्मसाल दी सुरत करन दा, कि धर्मसाल जिहड़ा है वो आपां हुण गुरुद्वारा साहिब कहण लग पए। ये भी एक धर्मसाल है जिथे आके असीं नाम अभ्यास करते हैं, बाणी पढ़ते हैं, सिमरन करते हैं, सत संगत करते हैं। एक धर्मसाल है। एक धर्मसाल हुंदी है जिवें सरां जिहनूं किहा जांदा है। जदों कोई मनुख धर्म कमाउण वास्ते घरों निकलदा सी ते ओह रस्ते दे विच इन्हां धर्मसालां दे विच रुकदा सी, ते ओह रुक के उस धर्मसाल दे विच ते उत्थों दा जल पानी वरतदा सी, जल छकदा हुंदा सी, प्रशादा छकदा हुंदा सी, ते फिर ओह उत्थे रात आराम करके ते सवेर नूं अपने रस्ते नूं चल जांदा हुंदा। ते इस धर्मसाल सतगुरां ने इत्थे शब्द क्यों वरतिया कि उस राही नूं इह गल पता हुंदी सी कि मैं जिस धर्मशाला दे विच रुकिया आ ते इह मेरा घर नहीं आ, इत्थे मैं पक्का नहीं रहण आया। कल नूं दिन चढ़ना है ते मैं इत्थों चला जाना। ਉਹਦੇ ਸੁਰਤ ਦੇ ਵਿੱਚ, ਉਹਦੇ ਮਨ ਵਿੱਚ ਗੱਲ ਹੁੰਦੀ ਸੀ ਕਿ ਮੈਂ ਇਸ ਧਰਮਸ਼ਾਲਾ ਦੇ ਵਿੱਚ ਹੁਣ ਰਾਤ ਠਹਿਰਿਆ ਵਾਂ ਆ ਕੇ, ਇੱਥੇ ਮੈਂ ਜਲ ਪਾਣੀ ਪ੍ਰਸ਼ਾਦਾ ਪਾਣੀ ਫ੍ਰੀ ਦੇ ਵਿੱਚ ਛਕਣਾ ਆ ਤੇ ਛਕ ਕੇ ਫਿਰ ਸਵੇਰੇ ਇੱਥੋਂ ਚਲਾ ਜਾਣਾ। ਉਹ ਕਦੀ ਨਹੀਂ ਕਹਿੰਦਾ ਕਿ ਇਸ ਧਰਮਸਾਲ ਦੇ ਵਿੱਚ ਮੈਂ ਆਪਣਾ ਪੱਕਾ ਜਿਹੜਾ ਨਿਵਾਸ ਕਰਨਾ ਹੈ। ਇਸ ਕਰਕੇ ਸਤਿਗੁਰਾਂ ਨੇ ਇੱਥੇ ਸ਼ਬਦ ਧਰਮਸਾਲ ਵਰਤਿਆ ਕਿ ਭਾਈ ਤੂੰ ਇਸ ਧਰਤੀ ਦੇ ਉੱਤੇ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਅਕਾਲ ਪੁਰਖ ਨੇ ਤੈਨੂੰ ਰਾਤਾਂ ਦਿੱਤੀਆਂ, फिर आज उपरले पासे रातां दित्तियां, रुत्तां दित्तियां, चित्तां दित्तियां, वार दित्ते, पौण दिता, पानी अग्नि दित्ती, पाताल दित्ते, धरती दित्ती, तिस विच धरती थाप रखी धर्मसाल। ये सारा कुछ दे के ये जिहड़ी धरती है, कर्म भूमि है जिथे असीं विचरदे हां, ये सानूं धर्मसाल की तरह मिली हुई है। ते कदी मनुख ये ना सोचे कि मैं इत्थे पक्का ही रहना। असीं उपरलियां दातां फ्री दे विच वरतदे हां ना, कोई मुੱਲ नहीं दिंदे। जिवें कोई धर्मसाल दे विच मनुख बैठा होवे ते उहनूं प्रशादा भी मिल जे, जल भी मिल जावे, रात कट्टण नूं बिस्तरा भी मिल जावे ते वो शुक्र मना के अगले दिन चला जांदा है। ते सतगुरु कहंदे इसी तरह तुहानूं धरती भी एक धर्मसाल की तरह दित्ती होई आ, जिथे तुसीं परमात्मा वल्लों दित्ती बख्शिश रातां माणदे हो, रात नूं आराम करदे हो, रुੱਤਾਂ ਦਾ आनंद लैंदे हो, चित्तां ਦਾ आनंद लैंदे हो, वार ਜਿਹੜਾ ਉਹਦੇ ਅਨੁਸਾਰ ਜੀਵਨ ਬਤੀਤ ਕਰਦੇ ਹੋ। ਫਿਰ परमात्मा ਦੇ ਜਿਹੜੇ ਤੁਹਾਨੂੰ ਤੱਤ ਮਿਲੇ ਹੋਏ ਆ, ਪਵਨ, ਪਾਣੀ, ਅਗਨੀ, ਪਾਤਾਲ, ਉਹ ਵੀ ਫ੍ਰੀ ਦੇ ਵਿੱਚ ਮਿਲਦੇ ਆ, ਉਹਨਾਂ ਨੂੰ ਤੁਸੀਂ ਮਾਣਦੇ ਹੋ। ਇਸ ਕਰਕੇ ਤੁਸੀਂ ਇੱਥੇ ਧਰਮ ਕਮਾਉਣ ਆਏ ਹੋ, ਨਾ ਕਿ ਇੱਥੇ ਸਦੀਵੀ ਰਹਿਣ ਵਾਸਤੇ, ਨਾ ਕਿ ਇੱਥੇ ਪੱਕੇ ਤੌਰ ਤੇ ਰਹਿਣ ਵਾਸਤੇ। ਇਸ ਕਰਕੇ ਇਹ ਧਰਤੀ ਇੱਕ ਧਰਮਸਾਲ ਦੇ ਤੌਰ ਤੇ ਸਾਨੂੰ ਮਿਲੀ ਹੋਈ ਆ। ਤੇ ਸਤਿਗੁਰੂ ਕਹਿੰਦੇ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਮ ਕਮਾਉਣ ਵਾਸਤੇ ਇਹ ਜਿਹੜੀ ਧਰਤੀ ਹੈ ਪਰਮਾਤਮਾ ਨੇ ਥਾਪੀ ਹੋਈ ਹੈ। ਇਸ ਵਿੱਚ ਜੀ ਜੁਗਤ ਕੇ ਰੰਗ, ਇਸ ਧਰਤੀ ਤੇ ਤੂੰ ਇਕੱਲਾ ਨਹੀਂ ਆ, ਇਹ ਵੀ ਯਾਦ ਰੱਖੀ। ਇਸ ਵਿੱਚ ਕਈ ਜੀਵ ਹਨ, ਜੀ ਜੁਗਤ, ਫਿਰ ਉਹਨਾਂ ਦੇ ਰਹਿਣ ਦੇ ਵੱਖ-ਵੱਖ ਢੰਗ ਹਨ। ਇਸ ਵਿੱਚ ਜੀ ਜੁਗਤ ਕੇ ਰੰਗ, ਪਤਾ ਨਹੀਂ ਕਿੰਨੇ ਕੁ ਰੰਗਾਂ ਦੇ, ਕਿੰਨੇ ਕੁ ਤਰ੍ਹਾਂ ਦੀਆਂ ਉਹਨਾਂ ਦੀਆਂ ਯੁਗਤੀਆਂ ਹਨ। ਹੁਣ ਮੱਛੀ ਜਿਹੜੀ ਆ ਪਾਣੀ ਵਿੱਚ ਰਹਿੰਦੀ ਆ, ਉਹਦੀ ਯੁਗਤੀ ਹੈ ਉਹਦਾ ਪਾਣੀ ਵਿੱਚ ਰਹਿਣਾ, ਪਾਣੀ ਦੇ ਵਿੱਚ ਰਹਿੰਦੀ ਹੈ। ਤੇ ਅਸੀਂ ਧਰਤੀ ਦੇ ਉੱਤੇ ਰਹਿੰਦੇ ਹਾਂ, ਤੇ ਜੇ ਅਸੀਂ ਪਾਣੀ ਵਿੱਚ ਵੜ ਜਾਈਏ, ਜੇ ਆਪਾਂ ਨੂੰ ਗੁੱਤ ਆ ਜਾਏ ਤੇ ਬੰਦੇ ਦੀ ਮੌਤ ਹੋ ਸਕਦੀ ਹੈ। ਇਸੇ ਤਰ੍ਹਾਂ ਜੇ ਮੱਛੀ ਨੂੰ ਪਾਣੀ ਚੋਂ ਬਾਹਰ ਕੱਢ ਦਈਏ ਤੇ ਉਹਦੀ ਮੌਤ ਹੋ ਜਾਣੀ ਹੈ। ਉਹਦੀ ਯੁਗਤੀ ਹੈ ਰਹਿਣ ਦੀ। ਜੁਗਤ ਕੇ ਰੰਗ ਆਪਣਾ ਤਰੀਕਾ ਹੈ ਵੱਖ-ਵੱਖ ਤਰ੍ਹਾਂ ਦਾ ਸਾਰੇ ਜੀਵਾਂ ਦਾ। ਕੁਝ ਜੀਵ ਗੁਫਾਵਾਂ ਦੇ ਵਿੱਚ ਰਹਿੰਦੇ ਆ, ਕੁਝ ਠੰਡੀਆਂ ਥਾਵਾਂ ਤੇ ਰਹਿੰਦੇ ਭਾਲੂਆਂ ਵਰਗੇ, ਤੇ ਕੁਝ ਜਿਹੜੇ ਗਰਮ ਥਾਵਾਂ ਤੇ ਰਹਿਣ ਵਾਲੇ ਆ। ਆਪਣਾ ਆਪਣਾ ਢੰਗ ਹੈ ਜੀਵਾਂ ਦਾ ਰਹਿਣ ਵਾਲਾ। ਇਸ ਕਰਕੇ ਸਤਿਗੁਰੂ ਕਹਿੰਦੇ ਧਰਤੀ ਧਰਮਸਾਲ ਕਰਕੇ ਮਨੁੱਖਾ ਤੈਨੂੰ ਦੇ ਦਿੱਤੀ ਹੈ। ਇਹਦੇ ਵਿੱਚ ਕਈ ਤਰ੍ਹਾਂ ਦੇ ਜੀਵ ਆ, ਕਈ ਚੰਗੇ ਆ, ਕਈ ਮਾੜੇ ਆ, ਕਈ ਦੂਸਰਿਆਂ ਨੂੰ ਖਾਣ ਵਾਲੇ ਆ, ਕਈ ਬਨਸਪਤੀ ਖਾਣ ਵਾਲੇ ਆ। ਹੁਣ ਜੁਗਤ ਦੇ ਅਰਥ ਜਿੰਨੇ ਮਰਜ਼ੀ ਆਪ ਜੀ ਕਰੀ ਜਾਓ, ਉਹਨਾਂ ਦਾ ਰਹਿਣ ਦਾ ਢੰਗ ਕਰ ਲਓ,
ਉਹਨਾਂ ਦਾ ਖਾਣ ਦਾ ਢੰਗ ਕਰ ਲਓ, ਉਹਨਾਂ ਦਾ ਸੰਸਾਰ ਤੇ ਵਿਚਰਨ ਦਾ ਢੰਗ ਕਰ ਲਓ। ਹੁਣ ਪੰਛੀ ਜਿਹੜੇ ਉਹ ਉੱਡਦੇ ਆ, ਉਹਨਾਂ ਦੀ ਜੁਗਤ ਉੱਡਣਾ, ਤੇ ਪਸ਼ੂ ਜਿਹੜੇ ਉਹ ਚੱਲਦੇ ਆ, ਹਨਾ। ਤੇ ਇਹ ਜੁਗਤ ਦੇ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਵੀ ਸੋਚੀ ਜਾਓਗੇ, ਵਿਸ਼ਾਲਤਾ ਹੀ ਪੈਦਾ ਹੁੰਦੀ ਜਾਣੀ ਹੈ। ਇਸ ਵਿੱਚ ਜੀ ਜੁਗਤ ਕੇ ਰੰਗ, ਵੱਖ-ਵੱਖ ਤਰ੍ਹਾਂ ਦੀਆਂ ਜੁਗਤਾਂ ਹਨ ਹਰ ਜੀਵਾਂ ਦੀਆਂ। ਇਸ ਧਰਤੀ ਤੇ ਤੂੰ ਇਕੱਲਾ ਨਹੀਂ ਹੈ, ਕਿ ਇਹ ਵੀ ਸਮਝਣ ਯੋਗ ਹੈ ਕਿ ਇਹ ਧਰਤੀ ਸਾਡੀਆਂ ਇਕੱਲਿਆਂ ਦੀ ਨਹੀਂ ਹੈ, ਸਾਰੇ ਜੀਵ ਜੰਤੂਆਂ ਦੀ ਹੈ। ਇਸ ਕਰਕੇ ਜੇ ਅਸੀਂ ਇਸ ਧਰਤੀ ਦੇ ਉੱਤੇ ਆਪਣਾ ਮਲਕੀਅਤ, ਆਪਣਾ ਹੱਕ ਰੱਖਾਂਗੇ, ਤੇ ਪ੍ਰਮਾਤਮਾ ਸਾਨੂੰ ਇਸ ਗੱਲ ਤੋਂ ਗੁਰੂ ਨਾਨਕ ਸਾਹਿਬ ਮਨਾ ਕਰ ਰਿਹਾ ਕਿ ਭਾਈ ਇਸ ਵਿੱਚ ਜੀ ਜੁਗਤ ਕੇ ਰੰਗ, ਵੱਖ-ਵੱਖ ਤਰ੍ਹਾਂ ਦੇ ਜੀਵ ਹਨ, ਵੱਖ-ਵੱਖ ਉਹਨਾਂ ਦੇ ਰਹਿਣ ਦੇ ਢੰਗ ਹਨ। ਤੂੰ ਇਕੱਲਾ ਇਸ ਧਰਤੀ ਤੇ ਨਹੀਂ ਆ। ਇਨਕੇ ਨਾਮ ਅਨੇਕ ਅਨੰਤ, ਉਹਨਾਂ ਦੇ ਨਾਮ ਵੀ ਅਨੇਕਾਂ ਹਨ, ਅਨੇਕ ਅਨੰਤ ਨਾਮ ਹਨ। ਅਨੰਤ, ਉਹ ਜੀਵ ਵੀ ਅਨੰਤ ਹਨ, ਖਤਮ ਨਹੀਂ ਹੋਣ ਵਾਲੇ। ਇਹ ਨਾ ਸਮਝੀ ਕਿ ਸੰਸਾਰ ਦੇ ਉੱਤੇ ਹਰ ਚੀਜ਼ ਖਤਮ ਹੋ ਜਾਵੇਗੀ, ਨਹੀਂ। ਇਹ ਜਿਹੜੀ ਧਰਤੀ ਧਰਮਸਾਲ ਦਿੱਤੀ ਆ, ਇੱਥੇ ਅਨੇਕਾਂ ਹੀ ਜੀਵ ਆਪਣੀਆਂ ਆਪਣੀਆਂ ਜੁਗਤਾਂ ਨਾਲ ਰਹਿ ਰਹੇ ਆ, ਤੇ ਉਹਨਾਂ ਦੇ ਜਿਹੜੇ ਨਾਮ ਆ ਉਹ ਅਨੰਤ ਹਨ। ਜਿਨਕੇ ਨਾਮ ਅਨੇਕ, ਅਨੇਕ ਉਹਨਾਂ ਦੇ ਨਾਮ ਹਨ, ਅਨੰਤ ਹਨ, ਬੇਅੰਤ ਹਨ ਉਹ ਜੀਵ ਜਿਹੜੇ ਇਸ ਧਰਤੀ ਦੇ ਉੱਤੇ ਵਿਚਰ ਰਹੇ ਆ। ਕਰਮੀ ਕਰਮੀ ਹੋਏ ਵਿਚਾਰ, ਇਹ ਗੱਲ ਦੇ ਆ ਨੁਕਤਾ ਜਿਹੜਾ ਪੜਨ ਵਾਲਾ ਹੈ ਵਿਸ਼ੇਸ਼, ਕਿ ਕਰਮਾਂ ਦੀ ਵਿਚਾਰ ਜਿਹੜੀ ਹੈ ਉਹ ਹੋਣੀ ਹੈ। ਕਰਮੀ ਕਰਮੀ ਹੋਏ ਵਿਚਾਰ, ਸੰਸਾਰ ਉੱਤੇ ਜਿਹੜੇ ਅਮਲ ਅਸੀਂ ਕਮਾਉਨੇ ਆ, ਜੀਵਾਂ ਦੇ ਜਿਹੜੇ ਕੀਤੇ ਹੋਏ ਕਰਮ ਹੈ, ਜਿੰਨੇ ਵੀ ਜੀਵ ਇਸ ਧਰਮਸ਼ਾਲਾ ਤੇ ਪ੍ਰਮਾਤਮਾ ਨੇ ਪੈਦਾ ਕੀਤੇ ਆ ਨਾ, ਉਹਨਾਂ ਦੇ ਕਰਮਾਂ ਦੀ ਵਿਚਾਰ ਹੋਣੀ ਹੀ ਹੋਣੀ, ਇਹ ਤੋਂ ਮਨੁੱਖ ਭੱਜ ਨਹੀਂ ਸਕਦਾ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਕਰਮਾਂ ਦੀ ਵਾਰੀ ਠੀਕ ਹੈ। ਵਾਹਿਗੁਰੂ ਵਾਹਿਗੁਰੂ, ਹਾਂਜੀ। ਕਰਮਾਂ ਦੀ ਜਿਹੜੀ ਹੈ ਵਿਚਾਰ ਮਨੁੱਖ ਦੇ, ਉਹ ਹੋਣੀ ਹੀ ਹੋਣੀ ਹੈ। ਹਰ ਜੀਵ ਦੇ ਕਰਮਾਂ ਦੀ ਵਿਚਾਰ, ਜਿਹੜਾ ਇਸ ਸੰਸਾਰ ਦੇ ਇਸ ਧਰਮਸ਼ਾਲਾ ਦੇ ਵਿੱਚ ਪੈਦਾ ਹੋਇਆ ਹੈ, ਉਸ ਮਨੁੱਖ ਦੇ ਕਰਮਾਂ ਦੀ ਵਿਚਾਰ ਜਿਹੜੀ ਹੈ ਉਹ ਹੋਣੀ ਹੀ ਹੋਣੀ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਕਿਉਂਕਿ ਉਸ ਅਕਾਲ ਪੁਰਖ ਦਾ ਦਰਬਾਰ ਸੱਚਾ ਹੈ, ਤੇ ਉਸ ਸੱਚੇ ਦੇ ਦਰਬਾਰੀ ਵੀ ਸੱਚੇ ਹਨ। ਸੱਚਾ ਆਪ, ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਸੱਚਾ ਹੈ, ਤੇ ਉਹਦਾ ਦਰਬਾਰ ਵੀ ਸੱਚਾ ਹੈ। ਦਰਬਾਰ ਦੇ ਦਰਬਾਰੀ ਕਿਹੜੇ ਹਨ? ਧਰਮ ਰਾਜੇ ਵਰਗੇ, ਜਿਹੜੇ ਮਨੁੱਖਾਂ ਦੇ ਜੀਵਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਕਰਦੇ ਆ। ਧਰਮ ਰਾਜੇ ਵਰਗੇ, ਚਿੱਤਰਗੁਪਤ ਵਰਗੇ ਜੋ ਮੰਨੇ ਗਏ, ਇਹ ਮਨੁੱਖ ਦੇ ਕਰਮਾਂ ਦਾ ਹਿਸਾਬ ਕਰਦੇ ਆ। ਇਸ ਕਰਕੇ ਇਹ ਨਹੀਂ ਉਹ ਝੂਠੇ ਆ, ਇਹ ਨਹੀਂ ਕਿ ਉਹ ਰਿਸ਼ਵਤ ਲੈ ਕੇ ਤੇ ਤੁਹਾਡੇ ਕਰਮਾਂ ਦੀ ਵਿਚਾਰ ਨਹੀਂ ਕਰਨਗੇ, ਉਹ ਸੱਚੇ ਹਨ। ਸੱਚਾ ਆਪ, ਉਹ ਆਪ ਵੀ ਸੱਚਾ ਹੈ, ਤੇ ਉਹਦੇ ਦਰਬਾਰੀ ਵੀ ਸੱਚੇ ਹਨ, ਜੋ ਮਨੁੱਖਾਂ ਦੇ ਕਰਮਾਂ ਦੀ ਵਿਚਾਰ ਕਰਦੇ ਆ, ਕਰਮਾਂ ਨੂੰ ਵਿਚਾਰਦੇ ਆ, ਜਿਨ੍ਹਾਂ ਨੇ ਪੁੰਨ ਕੀਤੇ ਆ, ਜਿਨ੍ਹਾਂ ਨੇ ਪਾਪ ਕੀਤੇ ਆ। ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਵਾਨ। ਸਤਿਗੁਰ ਕਹਿੰਦੇ ਕਿ ਹੁਣ ਉਸ ਖੰਡ ਦੇ ਵਿੱਚ, ਹੁਣ ਹੈ ਤੇ ਸਤਿਗੁਰੂ ਧਰਮ ਖੰਡ ਦੇ ਵਿੱਚ, ਗੱਲ ਧਰਮ ਖੰਡ ਦੀ ਹੋ ਰਹੀ ਹੈ, ਪਰ 10 ਸੱਚਖੰਡ ਦੀ ਗੱਲ ਰਹੇ ਆ ਕਿ ਤਿੱਥੈ ਸੋਹਨ ਪੰਚ ਪਰਵਾਨ। ਉਸ ਸੱਚਖੰਡ ਦੇ ਵਿੱਚ ਜਿੱਥੇ ਮਨੁੱਖ ਨੇ ਪਹੁੰਚਣਾ ਹੈ, ਉਸ ਜਗ੍ਹਾ ਦੇ ਉੱਤੇ ਪੰਚ ਪਰਵਾਨ, ਪੰਚ ਪ੍ਰਧਾਨ ਆਪਾਂ ਪੜ੍ਹੇ ਸੀ ਨਾ, ਉਹ ਪੰਚ ਜਨ, ਉਹ ਜਿਹੜੇ ਮਨੁੱਖ ਜਿਨ੍ਹਾਂ ਨੇ ਨਾਮ ਨੂੰ ਸੁਣਿਆ, ਜਿਨ੍ਹਾਂ ਨੇ ਨਾਮ ਨੂੰ ਮੰਨਿਆ, ਜਿਨ੍ਹਾਂ ਨੇ ਪ੍ਰਮਾਤਮਾ ਦਾ ਭਾਵ ਹਿਰਦੇ 'ਚ ਵਸਾਇਆ, ਜਿਨ੍ਹਾਂ ਨੇ ਆਪਣਾ ਜੀਵਨ ਪਵਿੱਤਰ ਕਰ ਲਿਆ, ਜਿਹੜੇ ਇਸ ਕਰਮਾਂ ਦੀ ਵਿਚਾਰ ਤੋਂ ਬਚ ਗਏ, ਉਹ ਉਸ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦੇ ਆ। ਤਿੱਥੇ ਸੋਹਣ, ਉਹ ਸੌਂਦੇ ਹਨ ਉਸ ਜਗ੍ਹਾ ਦੇ ਉੱਤੇ, ਪ੍ਰਮਾਤਮਾ ਦੀ ਕਚਹਿਰੀ ਵਿੱਚ ਉਹ ਸੌਂਦੇ ਹਨ। ਬਾਕੀਆਂ ਜੀਵਾਂ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ, ਪਰ ਜਿਹੜੇ ਪੰਚ ਪ੍ਰਵਾਨ ਹੁੰਦੇ ਆ, ਉਹ ਉਸਦੇ ਦਰ ਦੇ ਉੱਤੇ ਸੌਂਦੇ ਹਨ। ਨਦਰੀ ਕਰਮ ਪਵੈ ਨਿਸ਼ਾਨ, ਉਹਨਾਂ ਦੇ ਮੱਥਿਆਂ ਦੇ ਉੱਤੇ ਪਰਮਾਤਮਾ ਦੇ ਮਿਹਰ ਦਾ ਨਿਸ਼ਾਨ ਜਿਹੜਾ ਉਹ ਪਿਆ ਹੁੰਦਾ ਹੈ। ਨਿਸ਼ਾਨ ਤੋਂ ਭਾਵ, ਨਿਸ਼ਾਨ ਤੇ ਰੋਕ ਕੇ ਗੱਲ ਕਰਾਂ ਕਿ ਨਿਸ਼ਾਨ ਦਾ ਅਰਥ ਹੁੰਦਾ ਹੈ, ਜਿਵੇਂ ਕੋਈ ਰਸਤਾ ਹੋਵੇ, ਕਿਸੇ ਨੇ ਕਿਤੇ ਜਾਣਾ ਹੋਵੇ ਤੇ ਉਹ ਸਪੈਸ਼ਲ ਪਾਸ ਲੈ ਜਾਵੇ। ਜਿਵੇਂ ਹੁਣ ਕਰੋਨਾ ਦਾ ਸਮਾਂ ਚੱਲ ਰਿਹਾ ਹੈ,
ਤੇ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਪਾਸ ਲੈਂਦੇ ਸਨ, ਸ਼ਾਇਦ ਹੁਣ ਵੀ ਲੈਂਦੇ ਹੋਣ, ਤੇ ਉਹ ਜਿਹਦੇ ਕੋਲ ਪਾਸ ਹੁੰਦਾ ਸੀ ਉਹਨੂੰ ਕੋਈ ਰੋਕਦਾ ਨਹੀਂ। ਇਸ ਤਰ੍ਹਾਂ ਜਿਸ ਮਨੁੱਖ ਦੇ ਕਰਮਾਂ ਦਾ ਨਿਸ਼ਾਨ, ਜਿਸ ਮਨੁੱਖ ਦੇ ਮਸਤਕ ਦੇ ਉੱਤੇ ਉਹਦੀ ਨਦਰ ਕਰਮ ਦਾ ਨਿਸ਼ਾਨ, ਉਹਦੀ ਰਹਿਮਤ ਦਾ ਨਿਸ਼ਾਨ ਪੈ ਗਿਆ, ਉਹ ਮਨੁੱਖ ਹੀ ਪੰਚ ਪ੍ਰਵਾਨ ਬਣ ਗਿਆ, ਉਹ ਮਨੁੱਖ ਹੀ ਉਹਦੇ ਦਰ ਤੇ ਕਬੂਲ ਹੋ ਗਿਆ। ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ। ਕੱਚੇ ਤੇ ਪੱਕਿਆਂ ਦੀ ਵਿਚਾਰ ਉਸ ਜਗ੍ਹਾ ਤੇ ਹੁੰਦੀ ਹੈ, ਉਸ ਦਰਬਾਰ ਦੇ ਵਿੱਚ ਪਰਮਾਤਮਾ। ਕੌਣ ਕੱਚਾ ਹੈ, ਕੌਣ ਪੱਕਾ ਹੈ? ਮਨੁੱਖ ਇਸ ਸੰਸਾਰ ਤੇ ਕਹਿੰਦਾ ਨਾ ਕਿ ਮੇਰੇ ਵਰਗਾ ਕੋਈ ਸੱਚਾ ਮਨੁੱਖ ਨਹੀਂ ਹੈਗਾ, ਤੇ ਸਾਹਮਣੇ ਵਾਲੇ ਵਰਗਾ ਕੋਈ ਝੂਠਾ ਮਨੁੱਖ ਨਹੀਂ ਹੈਗਾ। ਇੱਕ ਦੂਜੇ ਦੀ ਬੁਰਾਈ ਕਰਦੇ ਆ ਨਾ ਕਿ ਉਹ ਬਹੁਤ ਮਾੜਾ ਹੈ, ਉਹ ਬਹੁਤ ਮਾੜਾ ਹੈ, ਤੇ ਮੈਂ ਬਹੁਤ ਚੰਗਾ ਹਾਂ। ਪਰ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਭਾਈ ਇਹ ਧਰਤੀ ਤੈਨੂੰ ਧਰਮ ਕਮਾਉਣ ਵਾਸਤੇ ਮਿਲੀ ਆ, ਤੇ ਜੇ ਤੂੰ ਪਰਮਾਤਮਾ ਦੀਆਂ ਇਹਨਾਂ ਉੱਪਰ ਦਿੱਤੀਆਂ ਅਮੋਲਕ ਦਾਤਾਂ ਨੂੰ ਵਰਤ ਕੇ, ਰਾਤਾਂ ਨੂੰ ਵਰਤ ਕੇ, ਰੁੱਤਾਂ ਨੂੰ ਵਰਤ ਕੇ, ਥਿੱਤਾਂ ਨੂੰ ਵਰਤ ਕੇ, ਵਾਰਾਂ ਦੇ ਵਿੱਚ ਜਿਉ ਕੇ, ਪੌਣ ਵਰਤ ਕੇ, ਪਾਣੀ ਵਰਤ ਕੇ, ਅਗਨੀ ਵਰਤ ਕੇ, ਫਰੀ ਦੇ ਵਿੱਚ ਮਿਲਿਆ ਨਾ ਸਾਰਾ ਕੁਛ, ਇਹ ਸਾਰਾ ਕੁਛ ਵਰਤ ਕੇ ਜੇ ਤੂੰ ਧਰਮ ਨਾ ਕਮਾਇਆ ਤੇ ਫਿਰ ਤੇਰੇ ਕਰਮਾਂ ਦੀ ਵਿਚਾਰ ਹੋਣੀ ਆ, ਫਿਰ ਤੇਰੇ ਚੰਗੇ ਮੰਦੇ ਕਰਮਾਂ ਦੀ ਵਿਚਾਰ ਹੋਣੀ ਆ। ਤੇ ਜੇ ਤੂੰ ਕਵੇਂ ਮੈਂ ਬੜਾ ਸੱਚਾ ਆ, ਇਸ ਸੰਸਾਰ ਦੇ ਲੋਕਾਂ ਦੇ ਸਾਹਮਣੇ ਬਣ ਬਣ ਕੇ ਵਿਖਾਵੇਂ ਕਿ ਮੈਂ ਸੱਚਾ ਹੈ ਤੇ ਉਹ ਝੂਠਾ ਹੈ, ਉਹ ਮਾੜਾ ਹੈ, ਇਹ ਗੱਲ ਇਸ ਸੰਸਾਰ ਤੇ ਚੱਲ ਸਕਦੀ ਆ। ਪਰ ਜਦੋਂ ਉਸ ਸੱਚੇ ਦੀ ਕਚਹਿਰੀ ਦੇ ਵਿੱਚ ਸੱਚਾ ਦਰਬਾਰ ਜਿੱਥੇ ਹੈ, ਉੱਥੇ ਜਦੋਂ ਤੇਰੇ ਕਰਮਾਂ ਦੀ ਵਿਚਾਰ ਹੋਈ, ਉੱਥੇ ਪਤਾ ਲੱਗਣਾ ਕਿ ਅਸਲ 'ਚ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ, ਕੱਚਾ ਕੌਣ ਹੈ ਤੇ ਪੱਕਾ ਕੌਣ ਹੈ, ਕਿੰਨੇ ਧਰਮਸ਼ਾਲਾ ਤੇ ਜਾ ਕੇ ਧਰਮ ਕਮਾਇਆ ਤੇ ਕਿਸ ਮਨੁੱਖ ਨੇ ਵਿਕਾਰ ਕਮਾਇਆ। ਇਹਦੀ ਵਿਚਾਰ ਜਿਹੜੀ ਹੈ ਉਹ ਉਸ ਪਰਮਾਤਮਾ ਦੇ ਦਰ ਤੇ ਹੋਣੀ ਹੀ ਹੋਣੀ ਹੈ। ਹੁਣ ਕਈ ਕਹਿੰਦੇ ਆ ਕਿ ਕੋਈ ਧਰਮ ਰਾਜਾ ਨਹੀਂ, ਕੋਈ ਕਚਹਿਰੀ ਨਹੀਂ, ਕੋਈ ਕਰਮ ਨਹੀਂ। ਉਹਨਾਂ ਵਾਸਤੇ ਹੁਣ ਸਤਿਗੁਰਾਂ ਨੇ ਅਖੀਰਲੀ ਪੰਕਤੀ ਲਿਖੀ ਹੈ ਕਿ ਭਾਈ ਤੂੰ ਕੋਈ ਗੱਲ ਨਹੀਂ ਨਾ ਮੰਨ, ਕਿਹੜੀ ਗੱਲ ਹੈ, ਨਹੀਂ ਮੰਨਣਾ ਨਾ ਮੰਨ। ਤੂੰ ਕਹਿੰਦਾ ਨਾ ਕੋਈ ਧਰਮ ਰਾਜਾ ਨਹੀਂ, ਕੋਈ ਕਚਹਿਰੀ ਨਹੀਂ, ਕੋਈ ਲੇਖਾ ਨਹੀਂ ਪੁੱਛਦਾ, ਇਹੋ ਸੰਸਾਰ ਹੈ ਜਿਹੜਾ ਵੇਖਣ ਦੇ ਵਿੱਚ ਆਉਂਦਾ, ਇੱਥੇ ਅਸੀਂ ਭੋਗ ਕੇ ਕਰਮ ਚਲੇ ਜਾਣੇ, ਇਹੋ ਹੀ ਆ ਸਾਰਾ ਕੁਛ। ਪਰ ਸਤਿਗੁਰੂ ਕਹਿੰਦੇ ਆ ਨਾਨਕ ਗਿਆ ਜਾਪੈ ਜਾਏ। ਗਿਆ ਐੜੇ ਦੇ ਉੱਤੇ ਬਿੰਦੀ ਲਾਉਣੀ ਆ, ਭਾਵ ਗਿਆ, ਉੱਥੇ ਗਿਆ। ਆਪਾਂ ਕਹਿੰਦੇ ਨਾ ਉਹ ਉੱਥੇ ਗਿਆ ਸੀ, ਹਨਾ, ਉਹ ਉੱਥੇ ਗਿਆ ਹੀ, ਜਿਵੇਂ ਆਪਾਂ ਕਹਾਂਗੇ ਉੱਥੇ ਗਿਆ ਹੀ ਪਤਾ ਲੱਗਣਾ ਭਾਈ। ਤੇ ਇੱਥੇ ਸਤਿਗੁਰਾਂ ਨੇ ਕਿਹਾ ਤੂੰ ਸੰਸਾਰ ਦੇ ਉੱਤੇ ਜਿੰਨਾ ਮਰਜ਼ੀ ਕਹਿ ਕਿ ਕੋਈ ਗੱਲ ਨਹੀਂ, ਕੋਈ ਲੇਖਾ ਨਹੀਂ ਹੋਣਾ, ਕੋਈ ਕਰਮ ਨਹੀਂ, ਕਹਿੰਦੇ ਆ ਨਾ ਨਾਸਤਿਕ ਲੋਕ, ਕੋਈ ਕਰਮ ਨਹੀਂ, ਕਈ ਕਹਿੰਦੇ ਆ ਨਜ਼ਾਰੇ ਲੈਣ ਆਏ ਸੰਸਾਰ ਦੇ ਉੱਤੇ, ਹਨਾ। ਉਹਨਾਂ ਦੀ ਗੱਲ ਸਤਿਗੁਰਾਂ ਨੇ ਕੀਤੀ ਆ ਕਿ ਭਾਈ ਕੋਈ ਕਰਮ ਨਹੀਂ, ਜਿਹੜੇ ਕਹਿੰਦੇ ਕੋਈ ਕਰਮ ਨਹੀਂ, ਕੋਈ ਕਿਸੇ ਤਰ੍ਹਾਂ ਦਾ ਲੇਖਾ ਨਹੀਂ ਪੁੱਛਿਆ ਜਾਣਾ, ਕੋਈ ਧਰਮ ਰਾਜਾ ਨਹੀਂ ਆ, ਨਜ਼ਾਰੇ ਲਓ ਇਸ ਸੰਸਾਰ ਤੇ, ਨਜ਼ਾਰੇ ਲੈਣ ਆਏ ਆ। ਸਤਿਗੁਰੂ ਕਹਿੰਦੇ ਭਾਈ ਇਹ ਗੱਲ ਨਹੀਂ ਆ, ਉੱਥੇ ਤੇਰੇ ਕਰਮਾਂ ਦੀ ਵਿਚਾਰ ਹੋਣੀ ਹੋਣੀ ਆ, ਉੱਥੇ ਤੂੰ ਕਿੰਨਾ ਕੁ ਕੱਚਾ ਹੈ, ਕਿੰਨਾ ਕੁ ਪੱਕਾ ਹੈ, ਉਹਦੀ ਵਿਚਾਰ ਹੋਣੀ ਆ। ਤੇ ਫਿਰ ਉਸ ਜਗ੍ਹਾ ਦੇ ਉੱਤੇ ਜਿਹੜਾ ਹੈ ਨਾਨਕ ਗਿਆ ਜਾਪੇ ਜਾਏ, ਉੱਥੇ ਜਾ ਕੇ ਪਤਾ ਲੱਗਣਾ ਕਿ ਕੀ ਬਾਤ ਹੋ। ਜਦੋਂ ਉੱਥੇ ਗਿਆ ਨਾ ਫਿਰ ਤੈਨੂੰ ਪਤਾ ਲੱਗਣਾ ਕਿ ਕੀ ਬਾਤ ਹੁੰਦੀ ਆ। ਤਾਂ ਸਤਿਗੁਰਾਂ ਨੇ ਇਸ ਧਰਮ ਖੰਡ ਦੀ ਪੌੜੀ ਦੇ ਅੰਦਰ ਜ਼ਿਕਰ ਧਰਮ ਖੰਡ ਦਾ ਕੀ ਆਵੇਗਾ ਅਗਲੀ ਪੌੜੀ ਦੇ ਵਿੱਚ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਇਸੇ ਪੌੜੀ ਦੀ ਆਪਾਂ ਵਿਚਾਰ ਕਰਕੇ ਤੇ ਫਿਰ ਸਮਾਪਤੀ ਕਰਦੇ ਹਾਂ। ਕੱਲ ਨੂੰ ਵੀ ਧਰਮ ਖੰਡ ਦਾ ਜ਼ਿਕਰ ਜਦੋਂ ਆਇਆ ਫਿਰ ਆਪਾਂ ਉੱਪਰਲੀ ਵਿਚਾਰ ਦੁਬਾਰਾ ਦੁਹਰਾ ਲਵਾਂਗੇ। ਇਸ ਕਰਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਭਾਈ ਤੈਨੂੰ ਜਿਹੜੀ ਹੈ ਇਹ ਧਰਤੀ ਇੱਕ ਧਰਮਸਾਲ ਦੇ ਰੂਪ ਚ ਮਿਲੀ ਆ, ਜਿੱਥੇ ਤੂੰ ਪਰਮਾਤਮਾ ਦੀਆਂ ਅਮੋਲਕ ਦਾਤਾਂ ਪੌਣ ਪਾਣੀ ਅਗਨੀ ਵਰਤ ਕੇ ਤੇ ਉਹਨੂੰ ਯਾਦ ਕਰਨਾ, ਤੇ ਉਹਨੂੰ ਯਾਦ ਕਰਨ ਵਾਸਤੇ ਇੱਥੇ ਆਇਆ। ਪਰ ਤੂੰ ਇਸ ਧਰਤੀ ਦੇ ਉੱਤੇ ਰਹਿ ਕੇ ਜੇ ਵਿਕਾਰ ਕਮਾਏ, ਜੇ ਪੰਜਾਂ ਵਿਕਾਰਾਂ 'ਚ ਖੁੱਭਿਆ ਰਿਹਾ, ਜੇ ਇਹ ਸੋਚਿਆ ਨਹੀਂ ਕਿ ਮੈਂ ਕਰਨ ਕੀ ਆਇਆ, ਜੇ ਤੇਰੇ ਮਨ 'ਚ ਇਹ ਗੱਲ ਆਈ ਨਾ, ਤੇ ਫਿਰ ਯਾਦ ਰੱਖੀ ਕਿ ਜਦੋਂ ਇਸ ਸੰਸਾਰ ਨੂੰ ਛੱਡ ਕੇ ਕਿਉਂ ਨਾਨਕ ਗਿਆ ਜਾਪੇ ਜਾਏ, ਜਦੋਂ ਛੱਡ ਕੇ ਗਿਆ ਤੇ ਉਦੋਂ ਤੇਰੇ ਸਾਹਮਣੇ ਉਹ ਦਰਬਾਰ ਸੱਚੇ ਦਾ ਲੱਗਣਾ ਹੈ, ਇੱਥੇ ਤੇਰੇ ਕਰਮਾਂ ਦੀ ਵਿਚਾਰ ਹੋਣੀ ਆ, ਉੱਥੇ ਪਤਾ ਲੱਗਣਾ। ਇੱਥੇ ਸੰਸਾਰ ਤੇ ਤੂੰ ਕਹਿਣਾ ਨਾ ਮੇਰੇ ਵਰਗਾ ਕੋਈ ਸੱਚਾ ਬੰਦਾ ਨਹੀਂ ਹੈਗਾ, ਤੇ ਪਰ ਜਦੋਂ ਉੱਥੇ ਜਾਏਗਾ ਨਾ ਉੱਥੇ ਸਾਰਾ ਹੀ ਚਿੱਠਾ ਤੇਰਾ ਖੋਲ ਕੇ ਤੇਰੇ ਅੱਗੇ ਰੱਖ ਦੇਣਾ ਹੈ ਕਿ ਭਾਈ ਤੂੰ ਆਹ ਚੰਗੇ ਕਰਮ ਕੀਤੇ ਤੇ ਆਹ ਮਾੜੇ ਕੀਤੇ ਹੀ, ਤੇ ਇਹਨਾਂ ਦੀ ਹੁਣ ਵਿਚਾਰ ਕਰ ਲੈ ਤੇਰਾ ਕੀ ਬਣੇਗਾ। ਸਤਿਗੁਰੂ ਕਹਿੰਦੇ ਆ ਕਿ ਇਹ ਕਰਮਾਂ ਦੀ ਵਿਚਾਰ ਜਿਹੜੀ ਹੈ ਇਹ ਹੋਣੀ ਹੀ ਹੋਣੀ ਹੈ।
तो सतगुरां ने ये जिहड़ा धर्म खंड की बख्शिश की है। इस तो बाद आपां जिहड़ा कल नूं इहो धर्म खंड तो ही गल शुरू होनी है। धर्म खंड का इहो धर्म कह के सतगुरां ने फिर ज्ञान खंड की गल करनी है। वो आपां कल दे दिन जिहड़ा है कल शाम की क्लास दे विच विचारांगे। सो आप जी का किसी का कोई इन्हां शब्दां दे नाल समाप्ति करांगे। जे तुहाडा कोई सवाल है, जे तुहाडा कोई सवाल है तो तुसीं पुछ सकते हो बिना किसी संकोच तो। जे आप जी को लगता है कि मैं मैक तुहाडे ऑन कर देवां एक बार। वाहिगुरू आवाज़ आउंदी? हाँ जी वाहिगुरू, जे किसी ने कोई सवाल है तो अपना माइक ऑन करके पूछ सकते हो। ठीक है जी, मैनूं लगता नहीं कोई सवाल है। सो कोई गल नहीं, आप जी नूं यही दस्सिया जांदा है कि आप जी को सवाल सानूं पर्सनल भी दे सकते हो। अज भी काफ़ी संगत ने सवाल भेजे आ। इस तरह आप जी कोई गल नहीं, मन च 100 डाउट होंदे आ, 100 गल्लां होंदियां, कोई गल नहीं आप जी ने सवाल जिहड़े भेज देना। सो इन्नियां क बेनतियां प्रवान करनी आप जी ने, क्योंकि गुरबाणी दी विचार है, गुरबाणी दी विचार है, इस करके इहदे विच कोई। हाँ जी, गुरप्रताप सिंह होना ने अपना माइक ऑन किया है। सवाल दस दो वीर जी। वीर जी सवाल कुछ नहीं, मैं बस फतेह बुलाने लिए माइक ऑन किया। अच्छा ठीक है। बेनती है कि मैं कह रहा सी हाँ जी कि अपना एक गुरबाणी दी विचार है। इहदे विच मैं दावा नहीं करता कि जो अर्थ जो, क्योंकि ਜਿਹੜੇ ਪੰਜ ਖੰਡ ਆ ਨਾ, ਇਹਨਾਂ ਦੇ ਵਿਚਾਰ ਬੜੀ ਕਠਿਨ ਹੈ। ਤੁਸੀਂ ਵੱਖ-ਵੱਖ ਟੀਕੇ ਵੱਖ-ਵੱਖ ਵਿਦਵਾਨਾਂ ਦੇ ਜਿਹੜੇ ਦਿੱਤੇ ਹੋਏ ਆ ਨਾ ਟੀਕੇ, ਉਹਨਾਂ ਨੂੰ ਪੜ੍ਹ ਸਕਦੇ ਹੋ। ਤੇ ਜੋ ਬੰਦਾ ਆਪਣੀ ਸੁਰਤ ਦੇ ਨਾਲ ਇਹਦੇ ਅਰਥ ਕਰਦਾ ਹੈ, ਉਹਨੇ ਵੀ ਕੀਤੇ ਆ, ਕਈਆਂ ਨੇ ਵਿਦਵਤਾ ਦੇ ਨਾਲ ਕੀਤੇ ਆ। ਤੇ ਮੈਂ ਦੱਸ ਜਾਵਾਂ ਕਿ ਇਹਨਾਂ ਪੰਜਾਂ ਖੰਡਾਂ ਦੇ ਉੱਤੇ PhDਆਂ ਵੀ ਹੋ ਗਈਆਂ ਤੇ ਹੋ ਰਹੀਆਂ, ਤੇ ਤਾਂ ਵੀ ਇਹਨਾਂ ਪੰਜਾਂ ਖੰਡਾਂ ਦੀ ਲਿਖਿਅਤਾ ਨਹੀਂ ਆਉਂਦੀ। ਇਸ ਕਰਕੇ ਮੈਂ ਇਹ ਦਾਵਾ ਨਹੀਂ ਕਰਦਾ ਕਿ ਜੋ ਅਰਥ ਮੈਂ ਕੀਤੇ ਆ ਉਹ ਸਹੀ ਹੀ ਹੋਣ, ਉਹ ਸਟੀਕ ਹੀ ਹੋਣ, ਉਹ ਪੱਕੇ ਹੀ ਹੋਣ। ਤੇ ਇਹ ਜਿਵੇਂ ਜਿਵੇਂ, ਕਿਉਂਕਿ ਜਿੰਨਾ ਖੰਡਾਂ ਦੀ ਗੱਲ ਸਤਿਗੁਰੂ ਕਰ ਰਹੇ ਆ ਨਾ, ਉਹ ਇਸ ਧਰਤੀ ਤੇ ਰਹਿ ਕੇ ਤੇ ਉਹਨਾਂ ਖੰਡਾਂ ਦੀ ਗੱਲ ਕਰ ਰਿਹਾ ਜਿੱਥੇ ਸਿਰਫ ਸੁਰਤ ਪਹੁੰਚ ਸਕਦੀ ਹੈ, ਜਿੱਥੇ ਬੁੱਧੀ ਨਹੀਂ ਪਹੁੰਚ ਸਕਦੀ, ਜਿੱਥੇ ਸੁਰਤ ਪਹੁੰਚ ਸਕਦੀ ਹੈ। ਤੇ ਅਸੀਂ ਤੇ ਬੁੱਧੀਧਾਰੀ ਜੀਵ ਹਾਂ, ਤੇ ਬੁੱਧੀ ਵੀ ਸਾਡੇ ਕੋਲ ਤੁੱਛ ਹੈ। ਇਸ ਕਰਕੇ ਕੋਈ ਦਾਵਾ ਨਹੀਂ ਹੈ, ਹਰ ਕਿਸੇ ਨੇ ਆਪਣੇ ਆਪਣੇ ਢੰਗ ਨਾਲ ਅਰਥ ਕੀਤੇ ਆ। ਸੋ ਜਿੰਨਾ ਕੁ ਦਾਸ ਨੂੰ परमात्मा वालों बुद्धि मिली है, उस हिसाब नाल अर्थ कर रहे हैं। तो आप जी ने इन्नियां क बेनतियां प्रवान करनियां। बुलाओ फतेह जी। वाहिगुरू जी का खालसा वाहिगुरू वाहिगुरू जी की फतेह।